ਗੁਰੂ ਗੁਰੂ ਕਰ ਮਨ ਮੋਰ, ਗੁਰੂ ਬਿਨਾ ਨਾਹੀ ਕੋਈ ਹੋਰ। ਸਾਨੂੰ ਪੈਰ ਪੈਰ 'ਤੇ ਚਾਹੇ ਸੰਸਾਰ ਦੀ ਗੱਲ ਆ, ਚਾਹੇ ਉਹ ਪਰਮਾਤਮਾ ਦੀ ਗੱਲ ਆ, ਸਾਨੂੰ ਗੁਰੂ ਦੀ ਬਹੁਤ ਜ਼ਰੂਰਤ ਪੈਂਦੀ ਆ। ਗੁਰੂ ਤੋਂ ਬਿਨਾ ਅਸੀਂ ਸੱਚ ਦੀ ਖੋਜ ਕਰ ਹੀ ਨਹੀਂ ਸਕਦੇ। ਗੁਰੂ ਹੀ ਸਾਨੂੰ ਸੱਚੇ ਰਾਸਤੇ ਚੱਲਣ ਦੀ ਸਿੱਖਿਆ ਦਿੰਦਾ ਆ। ਦੇਹਧਾਰੀ ਗੁਰੂ ਬਹੁਤ ਜ਼ਰੂਰੀ ਆ। ਲੋਕ ਕਹਿੰਦੇ ਨੇ ਦੇਹਧਾਰੀ ਗੁਰੂ ਨਹੀਂ ਬਣਾਉਣਾ ਚਾਹੀਦਾ, ਦੇਹਧਾਰੀ ਗੁਰੂ ਨਹੀਂ ਬਣਾਉਣਾ ਚਾਹੀਦਾ, ਪਰ ਗੁਰੂਆਂ ਨੇ ਜੋ ਕਿਹਾ ਉਹ ਧਿਆਨ ਨਾਲ ਸਮਝਣਾ ਚਾਹੀਦਾ। ਗੁਰੂ ਨੇ ਕਿਹਾ, ਗੁਰੂ ਮਹਾਰਾਜ ਨੇ ਕਿਹਾ ਕਿ ਬੇਟੇ ਮੇਰੇ ਸਰੀਰ ਨਾਲ ਪਿਆਰ ਨਾ ਕਰੋ, ਮੇਰੇ ਸਰੀਰ ਨਾਲ ਪ੍ਰੇਮ ਨਾ ਕਰੋ, ਕਿਉਂਕਿ ਇਹ ਸਰੀਰ ਨਾਸ਼ਵਾਨ ਆ। ਗੁਰੂ ਸ਼ਬਦ ਰੂਪ ਦੇ ਵਿੱਚ ਤੁਹਾਡੇ ਅੰਦਰ ਬੈਠ ਗਿਆ ਹੈਗਾ। ਜਦੋਂ ਗੁਰੂ ਨਾਮ ਦਾ ਦਿੰਦਾ ਜਾਂ ਗੁਰੂ ਵਾਲੇ ਆਪਾਂ ਬਣਦੇ ਹਾਂ, ਗੁਰੂ ਨਾਮ ਦੀਕਸ਼ਾ ਦਿੰਦਾ ਆ, ਗੁਰੂ ਮੰਤਰ ਜਦੋਂ ਮਿਲਦਾ, ਗੁਰੂ ਸਾਡੇ ਅੰਦਰ ਵਿੱਚ ਸ਼ਬਦ ਰੂਪ ਦੇ ਵਿੱਚ ਬੈਠ ਜਾਂਦਾ। ਫਿਰ ਸ਼ੀਸ਼ੇ ਨੂੰ ਸ਼ਬਦ ਦਾ ਅਭਿਆਸ ਕਰਕੇ ਆਪਣੇ ਅੰਤਰ ਦੇ ਵਿੱਚ ਗੁਰੂ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਦੇਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਸਾਨੂੰ ਪੈਰ ਪੈਰ 'ਤੇ ਗੁਰੂ ਦੀ ਲੋੜ ਪੈਂਦੀ ਆ। ਗੁਰੂ ਤੋਂ ਬਿਨਾਂ ਅਸੀਂ ਸੱਚ ਦੀ ਖੋਜ ਨਹੀਂ ਕਰ ਸਕਦੇ, ਅਧਿਆਤਮ ਸਫ਼ਰ 'ਤੇ ਚੱਲ ਹੀ ਨਹੀਂ ਸਕਦੇ। ਜਿਹਨੇ ਦੇਖਿਆ ਉਹੀ ਦਿਖਾ ਸਕਦਾ। ਜਿਸ ਤਰ੍ਹਾਂ ਅਸੀਂ ਕਿਸੇ ਪਿੰਡ ਵਿੱਚ ਜਾਂਦੇ ਹਾਂ, ਕਿਸੇ ਸ਼ਹਿਰ 'ਚ ਜਾਂਦੇ ਹਾਂ, ਤਾਂ ਕਿਸ ਟਾਈਮ ਸਾਨੂੰ ਰਸਤਾ ਨਹੀਂ ਪਤਾ ਹੁੰਦਾ। ਫਿਰ ਆਪਾਂ ਕਿਸੇ ਕੋਲ ਰਸਤਾ ਪੁੱਛਦੇ ਹਾਂ ਕਿ ਭਾਈ ਸਾਹਿਬ ਮੈਂ ਫਲਾਣੀ ਜਗ੍ਹਾ ਜਾਣਾ, ਉਹਦਾ ਰਸਤਾ ਦੱਸੋ ਕਿੱਥੇ ਆ। ਜੇ ਉਹ ਸਹੀ ਜਾਣਕਾਰ ਹੁੰਦਾ ਤਾਂ ਸਾਨੂੰ ਉਹ ਸਹੀ ਉਹ ਟਾਈਮ ਸਿਰ ਪਹੁੰਚਾ ਦੇਗਾ ਆਪਣੀ ਮੰਜ਼ਿਲ 'ਤੇ। ਜੇ ਉਹ ਬੰਦਾ ਉਸ ਨੂੰ ਉਸ ਸ਼ਹਿਰ ਦਾ ਜਾਂ ਜਗ੍ਹਾ ਦਾ ਨਹੀਂ ਪਤਾ ਹੋਵੇ ਤਾਂ ਸਾਨੂੰ ਉਲਝਾ ਵੀ ਸਕਦਾ ਆ। ਸਾਨੂੰ ਉਹਦਾ ਕਹਿਣਾ ਮੰਨਣਾ ਪੈਣਾ, ਕਿਉਂਕਿ ਸਾਨੂੰ ਤਾਂ ਆਪਣੀ ਮੰਜ਼ਿਲ ਦਾ ਪਤਾ ਨਹੀਂ ਹੈਗਾ, ਅਸੀਂ ਕਿਸ ਸ਼ਹਿਰ ਜਾਣਾ। ਇਸੇ ਤਰ੍ਹਾਂ ਜਿਹੜਾ ਗੁਰੂ ਆ, ਗੁਰੂ ਨੇ ਆਪਣਾ ਪ੍ਰੈਕਟੀਕਲ ਅਨੁਭਵ ਕੀਤਾ ਹੁੰਦਾ। ਗੁਰੂ ਇਸ ਸਫ਼ਰ 'ਤੇ ਚੱਲਿਆ ਹੁੰਦਾ। ਗੁਰੂ ਨੂੰ ਪਤਾ ਹੁੰਦਾ ਕਿਤੇ ਫੁੱਲ ਆ, ਕਿੱਥੇ ਕੰਢੇ ਆ, ਕਿਸ ਤਰ੍ਹਾਂ ਇਸ ਸਫ਼ਰ 'ਤੇ ਚੱਲਣਾ ਹੈਗਾ। ਉਹਨਾਂ ਨੂੰ ਅਭਿਆਸ ਕਰਕੇ ਉਹਨਾਂ ਦਾ ਅਨੁਭਵ ਹੋਇਆ ਹੁੰਦਾ। ਅਤੇ ਇਸ ਕਰਕੇ ਗੁਰੂ ਸਾਨੂੰ ਆਪਣਾ ਅਨੁਭਵ ਦੱਸਦੇ ਆ, ਆਪਣੇ ਸ਼ਿਸ਼ੇ ਨੂੰ ਦੱਸਦੇ ਆ ਕਿ ਬੇਟੇ ਇਹ ਰਾਸਤੇ ਇੱਧਰ ਚੱਲਣਾ, ਇੱਧਰ ਨਹੀਂ ਚੱਲਣਾ। ਸੱਜੇ ਦੇਖਣ ਦੀ ਲੋੜ ਨਹੀਂ, ਨਾ ਖੱਬੇ ਦੇਖਣ ਦੀ ਲੋੜ ਨਹੀਂ, ਸਿੱਧਾ ਚੱਲੀ ਚਲੋ। ਆਪਣਾ ਗੁਰੂ 'ਤੇ ਭਰੋਸਾ ਰੱਖੋ, ਗੁਰੂ 'ਤੇ ਵਿਸ਼ਵਾਸ ਰੱਖ ਕੇ ਸ਼ਬਦ ਦਾ ਅਭਿਆਸ ਕਰਦੇ ਕਰਦੇ ਤੁਸੀਂ ਚੱਲੀ ਚਲੋ। ਗੁਰੂ ਸਾਨੂੰ ਸੱਚ ਦੀ ਪਹਿਚਾਣ ਕਰਾਉਂਦਾ ਆ। ਦੇਹਧਾਰੀ ਗੁਰੂ ਬੜਾ ਜ਼ਰੂਰੀ ਆ, ਕਿਉਂਕਿ ਸਾਨੂੰ ਜਾਨਵਰਾਂ ਦੀ ਭਾਸ਼ਾ ਤਾਂ ਆ ਹੀ ਨਹੀਂ ਸਕਦੀ, ਨਾ ਅਸੀਂ ਦੇਵੀ ਦੇਵਤਿਆਂ ਦੀ ਭਾਸ਼ਾ ਸਮਝ ਸਕਦੇ ਹਾਂ, ਨਾ ਅਸੀਂ ਪਸ਼ੂਆਂ ਦੀ ਭਾਸ਼ਾ ਸਮਝ ਸਕਦੇ ਹਾਂ। ਅਸੀਂ ਇਨਸਾਨ ਲੋਕ ਆ, ਇਨਸਾਨੀ ਜਮਾ ਮਿਲਿਆ, ਅਸੀਂ ਇਨਸਾਨ ਦੀ ਭਾਸ਼ਾ ਸਮਝ ਸਕਦੇ ਹਾਂ। ਸਾਨੂੰ ਸੱਚ ਦੀ ਪਹਿਚਾਣ ਕਿਸ ਤਰ੍ਹਾਂ ਹੋਵੇਗੀ? ਜਿੰਨੇ ਮਰਜ਼ੀ ਵੱਡੇ ਵੱਡੇ ਗ੍ਰੰਥ ਅੱਗੇ ਰੱਖ ਦਿਓ, ਵੱਡੇ ਵੱਡੇ ਕਿਤਾਬਾਂ ਅੱਗੇ ਰੱਖ ਦਿਓ, ਅਸੀਂ ਪੜ੍ਹੀ ਜਾਵਾਂਗੇ, ਪਰ ਉਹਦੇ ਅਰਥ ਸਹੀ ਕਿਸ ਤਰ੍ਹਾਂ ਅਸੀਂ ਕੱਢਾਂਗੇ? ਸਾਨੂੰ ਉਹਦੇ ਅਰਥਾਂ ਦਾ ਉਹਦੇ ਮੀਨਿੰਗ ਦਾ ਪਤਾ ਕਿੱਦਾਂ ਲੱਗੇਗਾ ਸਾਨੂੰ ਉਹਦਾ? ਫਿਰ 10 ਬੰਦੇ ਅਸੀਂ ਬਿਠਾ ਤੇ 10 ਬੰਦਾ ਦੇ ਆਪਣੀ ਬੁੱਧੀ ਦੇ ਹਿਸਾਬ ਨਾਲ, ਆਪਣੇ ਦਿਮਾਗ ਦੇ ਹਿਸਾਬ ਨਾਲ ਉਹਨਾਂ ਨੇ ਸਾਨੂੰ ਵਿਆਖਿਆ ਕਰਕੇ ਦੱਸਣੀ ਆ। ਪਰ ਸਹੀ ਵਿਆਖਿਆ ਕੀ ਆ ਉਹ ਸਾਨੂੰ ਕਿੱਦਾਂ ਪਤਾ ਲੱਗੇਗਾ? ਜਿਹੜੇ ਮਹਾਂਪੁਰਸ਼ਾਂ ਨੇ ਅਭਿਆਸ ਕੀਤਾ ਆ, ਸਿਮਰਨ ਕੀਤਾ ਆ, ਔਰ ਪੜ੍ਹ ਕੇ ਉਹਨੂੰ ਆਪਣਾ ਜੀਵਨ 'ਤੇ ਢਾਲਿਆ, ਅਮਲ ਕੀਤਾ, ਔਰ ਆਪਣਾ ਜੀਵਨ ਉੱਦਾਂ ਦਾ ਬਣਾਇਆ, ਪ੍ਰੈਕਟਿਸ ਕੀਤੀ ਆ, ਪ੍ਰੈਕਟੀਕਲ ਕੀਤਾ, ਅਤੇ ਉਹ ਸਾਨੂੰ ਸੱਚ ਦੱਸ ਸਕਦੇ ਆ ਕਿ ਇਹਦਾ ਅਰਥ ਇਹ ਆ। ਹੁਣ ਅਸੀਂ ਕੁਝ ਬੋਲਦੇ ਹਾਂ, ਉਹਦੇ ਹਮੇਸ਼ਾ 2 ਹੀ ਅਰਥ ਨਿਕਲਦੇ ਆ। ਗੁਰੂ ਹੀ ਸਾਨੂੰ
ਸਹੀ ਮੀਨਿੰਗ ਦੱਸਦਾ ਕਿ ਬੇਟੇ ਇਹਦਾ ਮਤਲਬ ਇਹ ਆ। ਨਹੀਂ ਤਾਂ ਜੇ ਗੁਰੂ ਦੀ ਲੋੜ ਨਾ ਪਵੇ ਤਾਂ ਆਪਾਂ ਆਪਣੇ ਬੱਚਿਆਂ ਨੂੰ ਸਕੂਲ ਪਾਉਣ ਦੀ ਕੀ ਲੋੜ ਆ, ਸਕੂਲ ਵਿੱਚ ਭੇਜਣ ਦੀ ਕੀ ਲੋੜ ਆ? ਫਿਰ ਤਾਂ ਘਰੇ ਕਿਤਾਬਾਂ ਲਿਆ ਕੇ ਪੜ੍ਹਾ ਦਿਓ। ਫਿਰ ਕੀ ਬੱਚਾ ਪੜ੍ਹ ਲਏਗਾ? ਨਹੀਂ ਪੜ੍ਹ ਸਕਦਾ। ਮਾਂ-ਬਾਪ ਜਿੰਨਾ ਮਰਜ਼ੀ ਚਾਹੇ ਉਹ ਬੱਚੇ ਨੂੰ ਨਹੀਂ ਪੜ੍ਹਾ ਸਕਦਾ। ਉਸ ਨੂੰ ਸਕੂਲ ਭੇਜਣਾ ਹੀ ਪੈਣਾ, ਉਸ ਨੂੰ ਟੀਚਰ ਦੇ ਕੋਲ ਜਾਣਾ ਹੀ ਪੈਣਾ। ਫਿਰ ਉਹ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰਦਾ ਆ, ਫਿਰ ਉਸ ਤੋਂ ਬਾਅਦ ਕੋਲੇ ਚਲੇ ਜਾਂਦਾ, ਕੋਲੇ ਫਿਰ ਉਹਨੂੰ ਗੁਰੂ ਬਣਾਉਣਾ ਪੈਂਦਾ, ਪ੍ਰੋਫੈਸਰ ਗੁਰੂ ਬਣ ਜਾਂਦਾ। ਫਿਰ ਜਦੋਂ ਪੜ੍ਹਾਈ ਖਤਮ ਹੋ ਜਾਂਦੀ ਆ, ਫਿਰ ਉਸ ਨੂੰ ਜਿਹੜਾ ਕੰਮ ਕਰਨਾ ਹੁੰਦਾ, ਵਰਕ ਕਰਨਾ ਹੁੰਦਾ, ਫਿਰ ਉਹਦੇ ਲਈ ਉਹਨੂੰ ਗੁਰੂ ਬਣਾਉਣਾ ਪੈਂਦਾ। ਜੇ ਉਹਨੇ ਵਕੀਲ ਬਣਨਾ ਤਾਂ ਵਕੀਲ ਦੀ ਸੰਗਤ ਕਰਨੀ ਪੈਣੀ ਆ, ਵਕੀਲ ਨੂੰ ਗੁਰੂ ਬਣਾਉਣਾ। ਜੇ ਉਸਨੇ ਡਾਕਟਰ ਬਣਨਾ ਚਾਹੁੰਦਾ, ਫਿਰ ਉਸ ਨੂੰ ਡਾਕਟਰ ਨੂੰ ਗੁਰੂ ਬਣਾਉਣਾ ਪੈਣਾ। ਠੀਕ ਹੈ ਨਾ? ਜੇ ਉਹਨੇ ਸਕੂਟਰ ਮਕੈਨਿਕ ਦਾ ਕੰਮ ਸਿੱਖਣਾ ਤੇ ਉਹਨੂੰ ਸਕੂਟਰ ਦੇ ਮਕੈਨਿਕ ਵਾਲੇ ਨੂੰ ਗੁਰੂ ਬਣਾਉਣਾ ਪੈਣਾ। ਇਸੇ ਤਰ੍ਹਾਂ ਜਿਹੜਾ ਅਧਿਆਤਮ ਦਾ ਸਫ਼ਰ ਆ, ਪ੍ਰਮਾਤਮਾ ਦਾ ਜਿਹੜਾ ਸਫ਼ਰ ਆ, ਇਹ ਗੁਰੂ ਤੋਂ ਬਿਨਾਂ ਅਸੀਂ ਇੱਕ ਕਦਮ ਵੀ ਨਹੀਂ ਚੱਲ ਸਕਦੇ। ਕਿਉਂਕਿ ਇਹ ਇਹੋ ਜਿਹਾ ਸਫ਼ਰ ਆ, ਅੱਖਾਂ ਬੰਦ ਕਰਕੇ ਬੈਠਣਾ ਪੈਂਦਾ, ਅੰਧੇਰੇ ਦਾ ਸਫ਼ਰ ਆ। ਹਨੇਰੇ ਜਿਹਦਾ ਜੰਗਲ ਦੇ ਵਿੱਚ ਨਿਕਲਣਾ, ਆਪਾਂ ਜੰਗਲ ਦੇ ਬਾਹਰ ਕਿਸ ਤਰ੍ਹਾਂ ਆਵਾਂਗੇ? ਫਿਰ ਗੁਰੂ ਸਾਡੀ ਬਾਂਹ ਫੜ ਕੇ ਸਾਨੂੰ ਅੱਗੇ ਰਸਤਾ ਤੈਅ ਕਰਾਉਂਦਾ ਹੈ। ਜਦੋਂ ਅਸੀਂ ਧਿਆਨ ਲਾਉਂਦੇ ਹਾਂ, ਅਭਿਆਸ ਕਰਦੇ ਹਾਂ, ਸਾਨੂੰ ਅੰਤਰ ਵਿੱਚ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ, ਹਨੇਰਾ ਹੀ ਹਨੇਰਾ ਨਜ਼ਰ ਆਉਂਦਾ। ਫਿਰ ਅਸੀਂ ਹਨੇਰੇ ਵਿੱਚ ਕਿੱਦਾਂ, ਸਾਨੂੰ ਰਸਤੇ ਦੀ ਮੰਜ਼ਿਲ ਕਿੱਦਾਂ ਮਿਲੇਗੀ? ਸਾਨੂੰ ਰਸਤਾ ਕਿਸ ਤਰ੍ਹਾਂ ਦਿਖੇਗਾ? ਫਿਰ ਸਾਨੂੰ ਪੂਰਨ ਮਹਾਂਪੁਰਸ਼ ਜਿਨ੍ਹਾਂ ਨੇ ਅਭਿਆਸ ਕੀਤਾ ਹੁੰਦਾ, ਜਿਨ੍ਹਾਂ ਨੇ ਅਨੁਭਵ ਕੀਤਾ ਹੁੰਦਾ, ਜਿਹਦੇ ਕੋਲ ਅਸੀਂ ਨਾਮ ਦਾ ਲਿੱਤਾ ਹੁੰਦਾ, ਉਹ ਸਾਡੀ ਬਾਂਹ ਫੜ ਕੇ ਸਾਨੂੰ ਅੱਗੇ ਸਫ਼ਰ ਤੈਅ ਕਰਾਉਂਦਾ ਹੈ, ਸਾਡੀ ਮੰਜ਼ਿਲ ਤੱਕ ਸਾਨੂੰ ਲੈ ਕੇ ਜਾਂਦਾ ਹੈ। ਇਸ ਕਰਕੇ ਸਾਨੂੰ ਗੁਰੂ ਦੀ ਬਹੁਤ ਜ਼ਰੂਰੀ ਆ। ਜਿੰਨੇ ਸੰਤ ਮਹਾਂਪੁਰਸ਼ ਪੀਰ ਫਕੀਰ ਆਏ ਨੇ, ਸਾਰਿਆਂ ਨੇ ਗੁਰੂ ਬਣਾਇਆ, ਕਿਸੇ ਨਾ ਕਿਸੇ ਨੂੰ ਗੁਰੂ ਬਣਾਇਆ ਹੋਇਆ ਜ਼ਰੂਰ, ਹਰ ਕਿਸੇ ਨੇ ਗੁਰੂ ਬਣਾਇਆ। ਫਿਰ ਅਸੀਂ ਕਿੱਦਾਂ ਕਹਿੰਦੇ ਗੁਰੂ ਤੋਂ ਬਿਨਾਂ ਗਿਆਨ ਮਿਲ ਜਾਏਗਾ? ਗੁਰੂ ਦਾ ਕਹਿਣਾ ਮੰਨੋ, ਆਪਣੇ ਗੁਰੂਆਂ ਦੀ ਕਦਰ ਕਰੋ, ਸੰਤਾਂ ਮਹਾਂਪੁਰਸ਼ਾਂ ਦੇ ਫਕੀਰਾਂ ਦੀ ਕਦਰ ਕਰੋ, ਉਹਨਾਂ ਵਿੱਚ ਉਗਣ ਨਾ ਲੱਭਿਆ ਕਰੋ। ਜਿਹੜਾ ਸੱਚਾ ਸ਼ਿਸ਼ਯ ਹੁੰਦਾ ਆ, ਉਹ ਹਮੇਸ਼ਾ, ਜਿਹੜਾ ਗੋਤਾਖੋਰ ਹੁੰਦਾ, ਉਹ ਸਮੁੰਦਰ ਦੇ ਵਿੱਚ ਸਿੱਪੀਆਂ ਨਹੀਂ ਇਕੱਠੇ ਕਰਦਾ, ਉਹ ਮੋਤੀ ਇਕੱਠੇ ਕਰਦਾ ਆ। ਐਸੀ ਜਿਹੜਾ ਇਨਸਾਨ ਪਰਮਾਤਮਾ ਦੇ ਰਸਤੇ ਜਾਂਦਾ, ਪਰਮਾਰਥ ਦੇ ਰਸਤੇ ਜਾਂਦਾ, ਭਗਤੀ ਦੇ ਰਸਤੇ ਜਾਂਦਾ, ਉਹ ਹਮੇਸ਼ਾ ਦੂਜੇ ਵਿੱਚ ਅੱਛਾਈਆਂ ਲੱਭਣ ਦੀ ਕੋਸ਼ਿਸ਼ ਕਰਦਾ, ਔਰ ਜਿਹੜੀ ਮਾੜੇ ਗੁਣ ਉਹ ਆਪਣੇ ਆਪ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰਦਾ। ਮੇਰੇ ਗੁਰਦੇਵ ਮਹਾਰਾਜ ਕਹਿੰਦੇ ਬੇਟੇ, ਜਿੱਥੇ ਮਰਜ਼ੀ ਜਾਓ, ਜਿੱਥੇ ਦਿਲ ਕਰਦਾ ਉੱਥੇ ਜਾਓ, ਜਿੱਥੋਂ ਜਿਹੜੀ ਚੰਗੀ ਚੀਜ਼ ਆ ਉਹਨੂੰ ਗ੍ਰਹਿਣ ਕਰ ਲਓ, ਮਾੜੀ ਚੀਜ਼ ਨੂੰ ਛੱਡ ਦਿਓ। ਮੰਦਰ ਜਾਓ, ਮਸਜਿਦ ਜਾਓ, ਗੁਰਦੁਆਰੇ ਜਾਓ, ਜਿੱਥੇ ਮਰਜ਼ੀ ਜਾਓ, ਪਰ ਜਦੋਂ ਸਿਰ ਝੁਕਾਉਣ ਦੀ ਵਾਰੀ ਆਉਂਦੀ, ਆਪਣੇ ਗੁਰੂ ਨੂੰ ਯਾਦ ਕਰੋ। ਗੁਰੂ ਤੋਂ ਵੱਡਾ ਕੋਈ ਕੁਝ ਨਹੀਂ ਹੈਗਾ। ਸਾਡੇ ਜਿੰਨੇ ਵੀ ਧਰਮ ਗ੍ਰੰਥ ਨੇ, ਸਾਰਿਆਂ ਨੇ ਗੁਰੂ ਦੀ ਵਡਿਆਈ ਕੀਤੀ ਆ। ਕਰਤਾ ਕਰੇ ਨਾ ਕਰ ਸਕੇ, ਗੁਰੂ ਕਰੇ ਸੋ ਹੋਏ। 3 ਲੋग 9 खंड में गुरु से बड़ा ना होए, चारों तीर्थ धाम गुरुदेव तुम्हारे चरणों में। माँ बाप साडे जन्म दे गुरु ने, साडे जन्मदाता ने साडे, पर जिहड़ा गुरु जे परमात्मा, ये साडे कर्मां नाल मिलदा है। सानूं वो कर्म करने पैंदे आ, ये कर्म दे दाता ने। बिना गुरु तो असीं इस सफर ते चल ही नहीं सकते। विश्वास रखो, भरोसा रखो, गुरु जो कह रहा उस तरह अपना जीवन बनाने की कोशिश करो। और संत गुरुओं के कोल, अपने गुरु के कोल संसार दी गल्लां वास्ते ना हो कि मैनू मुंडा चाहिए, मैनू कुड़ी चाहिए, मैनू पैसा चाहिए, मेरे गड्डियां चाहिए। ये गुरु नाल गल्लां करन दी लोड़ नहीं हैगी। गुरु को सिर्फ नाम की गल करो, परमात्मा की गल करो, किस तरह अभ्यास करना उसकी गल करो, किस तरह अपनी मंजिल ते पहुंचना उसकी गल करो। कोई सवाल अपने गुरु नाल साझा करो, पर संसार की कोई गल ना करो। ये जो साडी किस्मत आ, समय आए तो सानू अपने आप मिल जाना। ये कर्मां दे हिसाब नाल सानू ये शरीर मिलिया, पिछले जो कर्म किते उन्हां कर्मां अनुसार सानू जीवन मिलिया। वो सुखी आ, वो भी साडे कर्म आ, असीं दुखी आ, वो भी साडे कर्म। गुरु तुहानू सही तुहानू अपने दी पहचान कराने वास्ते आंदा, तुहानू सही अपना रास्ता दिखांदा गुरु। अपना गुरु सानू अपने परमात्मा नाल मिलाण लई आंदा है। गुरु सानू धीआं पुत्तर देण वास्ते नहीं आंदा, गुरु सानू गड्डे बंगला कारां नहीं देण वास्ते आंदा।
ਗੁਰੂ ਸਾਨੂੰ ਇਹ ਸਰੀਰ ਦਾ ਜਿਹੜਾ ਮਕਸਦ ਆ ਉਹਨੂੰ ਦੱਸਣ ਵਾਸਤੇ ਆਂਦੇ ਕਿ ਬੇਟੇ ਇਹ ਸਰੀਰ ਦਾ ਮਕਸਦ ਕੁਝ ਹੋਰ ਆ। ਇਹ ਜੀਵਨ ਸਾਨੂੰ ਭਗਤੀ ਕਰਨ ਵਾਸਤੇ ਮਿਲਿਆ, ਬੰਦਗੀ ਕਰਨ ਵਾਸਤੇ ਮਿਲਿਆ। ਸੰਸਾਰ 'ਚ ਪੈਸਾ ਇਕੱਠਾ ਕਰਨ ਨਹੀਂ ਅਸੀਂ ਆਏ ਇੱਥੇ। ਹਾਏ ਪੈਸਾ ਅਸੀਂ ਕਰੀ ਜਾ ਰਹੇ ਹਾਂ। ਪੈਸੇ ਦੀ ਦੌੜ ਵਿੱਚ ਅਸੀਂ ਗੁਰੂ ਨੂੰ ਪਹਿਚਾਣ ਹੀ ਨਹੀਂ ਸਕਦੇ। ਅਸੀਂ ਗੁਰੂਆਂ ਵਿੱਚ ਕਮੀ ਕੱਢੀ ਜਾਂਦੇ ਹਾਂ, ਆਪਣੇ ਸੰਤਾਂ ਮਹਾਂਪੁਰਸ਼ਾਂ ਫਕੀਰਾਂ ਦੇ ਵਿੱਚ। ਗੁਰੂ ਨੇ ਤੁਹਾਨੂੰ ਧੀਆਂ ਪੁੱਤਰ ਨਹੀਂ ਦੇਣੇ, ਤੁਹਾਨੂੰ ਕਾਰੋਬਾਰ ਨਹੀਂ ਦੇਣੇ, ਤੁਹਾਨੂੰ ਮਹਿਲ ਮਾੜੀਆਂ ਨਹੀਂ ਦੇਣੀਆਂ, ਕਿਉਂਕਿ ਇਹ ਜੀਵਨ ਅਸੀਂ ਸੰਸਾਰ ਵਿੱਚ ਅਸੀਂ ਮੁਸਾਫਿਰ ਬਣ ਕੇ ਆਏ ਹਾਂ। ਮੁਸਾਫਿਰ ਹਮੇਸ਼ਾ ਘੱਟ ਤੋਂ ਘੱਟ ਸਮਾਨ ਰੱਖਦਾ ਹੈ ਆਪਣੇ ਕੋਲ, ਕਿ ਜ਼ਿਆਦਾ ਚੱਲਣ ਦੇ ਵਿੱਚ ਕਠਿਨਾਈ ਨਾ ਹੋਵੇ। ਆਪਣੇ ਆਪ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰੋ। ਗੁਰੂ ਨੇ ਤੁਹਾਨੂੰ ਇੱਕੋ ਕੰਮ ਦਿੱਤਾ ਕਿ ਬੇਟੇ ਸਿਮਰਨ ਕਰੋ, ਬੰਦਗੀ ਕਰੋ। ਤੁਹਾਡੇ ਕੋਲ ਉਹੀ ਨਹੀਂ ਹੁੰਦਾ। ਤੁਸੀਂ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਦੇ ਆ। ਗੁਰੂ ਇੱਛਾ ਨੇ ਤੁਹਾਡੀ ਪੂਰੀ ਕਰੇ, ਛੱਡ ਕੇ ਦੂਜਾ ਗੁਰੂ ਨਾ ਪੂਰੀ ਕਰੇ, ਤੀਜਾ ਗੁਰੂ। ਗੁਰਦੁਆਰੇ ਚਲੇ ਗਏ, ਉੱਥੇ ਤੁਹਾਡੀ ਮਨੋਕਾਮਨਾ ਪੂਰੀ ਨਹੀਂ ਹੋਈ, ਦੂਜੇ ਗੁਰਦੁਆਰੇ ਨੇ ਪੂਰੀ ਹੋਈ, ਤੀਜੇ ਗੁਰਦੁਆਰੇ। ਕਦੇ ਉਸ ਮੰਦਰ, ਕਦੇ ਉੱਥੇ ਮਸਜਿਦ ਹੈ। ਪਰ ਆਪਣੇ ਆਪ ਅੰਦਰ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਸੁੱਖ ਤਾਂ ਸਾਡੇ ਅੰਦਰ ਆ, ਪਰਮਾਤਮਾ ਤਾਂ ਸਾਡੇ ਅੰਦਰ ਆ, ਅਸਲੀ ਸ਼ਾਂਤੀ ਸਾਡੇ ਅੰਦਰ ਆ। ਜਦ ਤੱਕ ਜ਼ਿੰਦਗੀ ਵਿੱਚ ਠਹਿਰਾਵ ਨਹੀਂ ਆਇਆ, ਗੱਲ ਕਿਸ ਤਰ੍ਹਾਂ ਬਣੇਗੀ ਤੁਹਾਡੀ? ਗੁਰੂ ਤੇ ਪੂਰਾ ਭਰੋਸਾ ਰੱਖੋ, ਆਪਣਾ ਆਪ ਸਮਰਪਣ ਕਰ ਦਿਓ ਗੁਰੂ ਦੇ ਚਰਨਾਂ ਦੇ ਵਿੱਚ। ਗੁਰੂ ਜਿਸ ਤਰ੍ਹਾਂ ਕਹਿ ਰਿਹਾ, ਅੱਖਾਂ ਬੰਦ ਕਰ ਚੱਲੋ ਅਸੀਂ ਇੱਕ ਵਾਰ। ਪਰ ਗੁਰੂ ਬਣਾਉਣ ਤੋਂ ਪਹਿਲਾਂ ਪਰਖ ਕਰ ਲੈਣੀ ਚਾਹੀਦੀ ਆ, ਉਹਨੂੰ ਪਹਿਚਾਨ ਲੈਣਾ ਚਾਹੀਦਾ। ਜਿਸ ਤਰ੍ਹਾਂ ਇੱਕ ਸੁਨਾਰ ਸੋਨੇ ਨੂੰ ਨਾਲ ਗਰਮ ਕਰਦਾ, ਨਾਲ ਸੱਟ ਮਾਰਦਾ, ਉਹਨੂੰ ਐਨ ਸੋਨੇ ਨੂੰ ਬਿਲਕੁਲ ਨਿਖਾਰ ਆਉਂਦਾ ਉਹਦੇ ਵਿੱਚ। ਇਸ ਤਰ੍ਹਾਂ ਗੁਰੂ ਬਣਾਉਣ ਤੋਂ ਪਹਿਲਾਂ ਦੇਖੋ ਅਸੀਂ ਉਹ ਗੁਰੂ ਕਿਸ ਤਰ੍ਹਾਂ ਦਾ ਹੈਗਾ, ਉਹਦਾ ਸਫ਼ਰ ਕਿੱਦਾਂ ਦਾ ਹੈਗਾ, ਕਿ ਉਹ ਸਾਨੂੰ ਸੰਸਾਰ ਦੇ ਕਰਮ ਤਾਂ ਨਹੀਂ ਕਰਾਉਂਦਾ, ਸੰਸਾਰ ਦੇ ਕਰਮ ਕਾਂਡ ਤਾਂ ਨਹੀਂ ਕਰਾਉਂਦਾ। ਕਿਤੇ ਵੀਰਵਾਰ ਨੂੰ ਇੱਥੇ ਨਾਰੀਅਲ ਦਿਓ ਜੀ, ਮੰਗਲਵਾਰ ਨੂੰ ਇੱਥੇ ਨਾਰੀਅਲ ਦਿਓ ਜੀ, ਆ ਧਾਗਾ ਬੰਨਤਾ ਜੀ, ਆ ਪਾਣੀ ਦੇਤਾ ਜੀ। ਇਹੋ ਜਿਹਾ ਨੂੰ ਗੁਰੂ ਬਣਾਉਣ ਦੀ ਲੋੜ ਨਹੀਂ ਹੈਗੀ। ਗੁਰੂ ਨੂੰ ਉਸ ਨੂੰ ਬਣਾਉਣਾ ਜਿਹੜਾ ਤੁਹਾਨੂੰ ਉਸ ਪ੍ਰਮਾਤਮਾ ਨਾਲ ਜੋੜੇ, ਤੁਹਾਨੂੰ ਬੰਦਗੀ ਕਰਾਵੇ, ਤੁਹਾਡੇ ਕੋਲ ਭਗਤੀ ਕਰਾਵੇ, ਤੁਹਾਡੇ ਕੋਲ ਤੁਹਾਨੂੰ ਅੰਦਰ ਵੀ ਪ੍ਰਮਾਤਮਾ ਦੀ ਖੋਜ ਕਰਾਵੇ, ਤੁਹਾਨੂੰ ਇਹਦਾ ਰਸਤਾ ਦੱਸੇ। ਉਸ ਨੂੰ ਗੁਰੂ ਬਣਾਉਣਾ। ਪੈਰ ਪੈਰ ਤੇ ਸਾਨੂੰ ਗੁਰੂ ਦੀ ਲੋੜ ਆ, ਦੇਹਧਾਰੀ ਗੁਰੂ ਦੀ ਲੋੜ ਆ। ਜਾਨਵਰਾਂ ਦੀ ਭਾਸ਼ਾ ਅਸੀਂ ਸਮਝ ਨਹੀਂ ਸਕਦੇ, ਪਸ਼ੂਆਂ ਦੀ ਭਾਸ਼ਾ ਅਸੀਂ ਸਮਝ ਨਹੀਂ ਸਕਦੇ। ਇਨਸਾਨ ਦੀ ਭਾਸ਼ਾ ਸਮਝ ਸਕਦਾ ਹੈ। ਗ੍ਰੰਥਾਂ, ਜਿੰਨੇ ਮਰਜ਼ੀ ਧਰਮਾਂ ਦੇ ਗ੍ਰੰਥ ਪੜ੍ਹਾਂਗੇ, ਇਹਨਾਂ ਵਿੱਚ ਉਹਨਾਂ ਨੇ ਸੰਤਾਂ ਮਹਾਂਪੁਰਸ਼ਾਂ ਆਪਣਾ ਅਨੁਭਵ ਸਾਂਝਾ ਕੀਤਾ ਹੈ, ਆਉਣ ਵਾਲਾ ਸਮਾਂ ਲਿਖਿਆ ਆ, ਕਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਨਾ ਉਹ ਦੱਸਿਆ ਗਿਆ। ਇਹਦੇ ਵਿੱਚ ਹਰ ਚੀਜ਼ ਉਹਨਾਂ ਨੇ ਸੱਚ ਲਿਖ ਦਿੱਤੀ, ਜ਼ਿੰਦਗੀ ਦਾ ਜੀਵਨ ਦਾ ਨਿਚੋੜ ਲਿਖਤਾ। ਪਰ ਸਾਨੂੰ ਉਹ ਪੜ੍ਹ ਕੇ ਅਮਲ ਕਰਨਾ ਚਾਹੀਦਾ, ਉਹਦਾ ਜੀਵਨ ਬਣਾਉਣਾ ਚਾਹੀਦਾ ਸੀ, ਫਿਰ ਪ੍ਰੈਕਟੀਕਲ ਅਨੁਭਵ ਕਰਨਾ ਸੀ। ਪਰ ਅਸੀਂ ਪ੍ਰੈਕਟੀਕਲ ਅਨੁਭਵ ਕਰਨ ਦੀ ਬਜਾਏ ਅਸੀਂ ਪੜ੍ਹਾਉਣ 'ਤੇ ਲੱਗੇ ਰਹੇ ਹਾਂ। ਕਿਤਾਬੀ ਗਿਆਨ ਖਤਰਨਾਕ ਹੋ ਜਾਂਦਾ ਜਦੋਂ ਅਸੀਂ ਅਨੁਭਵ ਕਰਦੇ ਹਾਂ, ਪ੍ਰੈਕਟੀਕਲ ਕਰਦੇ ਹਾਂ। ਸਾਡੇ ਸਵਾਲ ਖਤਮ ਕਰਦਾ, ਸਾਨੂੰ ਸੱਚ ਦੀ ਪਹਿਚਾਣ ਹੁੰਦੀ ਹੈ। ਜਿਸ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਆ ਕਿ ਬੇਟੇ ਅਸੀਂ ਬਾਜ਼ਾਰ ਤੋਂ ਇੱਕ ਖਾਣਾ ਬਣਾਉਣ ਵਾਲੀ, ਰੋਟੀ ਬਣਾਉਣ ਵਾਲੀ ਕਿਤਾਬ ਲਿਆਈਏ। ਉਹ ਕਿਤਾਬ ਲਿਆ ਕੇ ਅਸੀਂ ਉੱਦਾਂ ਦਾ ਕਿਤਾਬ ਪੜ੍ਹ ਕੇ ਸਾਡੀ ਭੁੱਖ ਨਹੀਂ ਮਿਟਣੀ। ਅਸੀਂ ਕਿਤਾਬ ਪੜ੍ਹਾਂਗੇ ਖਾਣਾ ਬਣਾਉਣ ਵਾਲੀ, ਰੋਟੀ ਬਣਾਉਣ ਵਾਲੀ, ਉਹ ਕਿਤਾਬ ਪੜ੍ਹ ਕੇ ਉੱਦਾਂ ਦਾ ਬਣਾਵਾਂਗੇ। ਆਪਾਂ ਸਬਜ਼ੀ ਕੱਟਾਂਗੇ, ਤਿਆਰ ਕਰਾਂਗੇ, ਪ੍ਰੈਕਟੀਕਲ ਕਰਾਂਗੇ, ਬਣਾ ਕੇ ਅਸੀਂ ਖਾਵਾਂਗੇ, ਫਿਰ ਸਾਨੂੰ ਉਸ ਚੀਜ਼ ਦਾ ਸਵਾਦ ਆਉਣਾ। ਇਹ ਨਹੀਂ ਘਰੇ ਰੋਟੀ ਬਣਾਉਣ ਵਾਲੀ ਜਾਂ ਖਾਣਾ ਬਣਾਉਣ ਵਾਲੀ ਕਿਤਾਬ ਲਿਆਂਦੀ, ਸਾਡੀ ਭੁੱਖ ਮਿਟ ਜਾਏਗੀ। ਸਾਨੂੰ ਜੋ ਉਹਦੇ ਵਿੱਚ ਲਿਖਿਆ, ਸਾਨੂੰ ਉੱਦਾਂ ਹੀ ਸਬਜ਼ੀ ਕੱਟਣੀ ਪੈਣੀ ਆ। ਆਲੂ ਮਿਰਚ ਉਨੀ ਪਾਣੀ ਪੈਣੀ, ਮਿਰਚ ਮਸਾਲਾ ਉਸ ਤਰ੍ਹਾਂ ਪਾਉਣਾ ਪੈਣਾ, ਆਪਾਂ ਨੂੰ ਉਹਨਾਂ ਪਾਣੀ ਪਾਉਣਾ ਪੈਣਾ। ਜਦੋਂ ਸਬਜ਼ੀ ਤਿਆਰ ਹੋ ਜਾਂਦੀ, ਬਾਅਦ ਤੋਂ ਉਹਨੂੰ ਚਖਣਾ ਪੈਣਾ ਆਪਾਂ ਨੂੰ, ਉਹਦਾ ਸਵਾਦ ਕਿੱਦਾਂ ਦੀ ਬਣੀ ਆ। ਫਿਰ ਸਾਨੂੰ ਪਹਿਚਾਣ ਹੁੰਦੀ ਆ, ਇਹ ਸਾਡਾ ਪ੍ਰੈਕਟੀਕਲ ਅਨੁਭਵ ਆ। ਫਿਰ ਉਹ ਸਬਜ਼ੀ ਤਿਆਰ ਹੁੰਦੀ ਆ। ਇਸੇ ਤਰ੍ਹਾਂ ਸਾਡੇ ਗੁਰੂ ਸੰਤਾਂ ਮਹਾਂਪੁਰਸ਼ ਸਾਨੂੰ ਐਡੇ ਵੱਡੇ ਅਨਮੋਲ ਖਜ਼ਾਨੇ ਦੇ ਗਏ ਨੇ, ਤਾਂ ਹੀ ਉਹਨਾਂ ਨੂੰ ਇੰਨੇ ਵੱਡੇ ਵੱਡੇ ਉਹਨਾਂ ਗ੍ਰੰਥ ਲਿਖੇ ਨੇ ਕਿ ਅਸੀਂ ਪੜ੍ਹ ਕੇ ਉੱਦਾਂ ਦਾ ਆਪਣਾ ਜੀਵਨ ਬਣਾ ਕੇ, ਆਪਣੇ ਆਪ ਨੂੰ ਪ੍ਰਭੂ ਦੇ ਚਰਨਾਂ ਸਮਰਪਣ ਕਰਕੇ, ਭਜਨ ਬੰਦਗੀ ਕਰਕੇ, ਅਭਿਆਸ ਕਰਕੇ ਅਸੀਂ ਇਸ ਪਰਮਾਤਮਾ ਦੇ ਚਰਨਾਂ 'ਚ ਪਹੁੰਚੀਏ। ਪਰ ਅਸੀਂ ਪੜ੍ਹਾਉਣ ਤੱਕ ਹੀ ਮਤਲਬ ਰਹਿ ਗਿਆ ਸਾਡਾ। ਸੱਚ ਬੋਲਣ ਤੋਂ ਅਸੀਂ ਡਰਦੇ ਹਾਂ। ਇਸ ਕਰਕੇ ਗੁਰੂ ਤੇ ਪੂਰਾ ਵਿਸ਼ਵਾਸ ਭਰੋਸਾ ਰੱਖੋ। ਇੱਕ ਤੁਹਾਨੂੰ ਛੋਟੀ ਜਿਹੀ ਕਹਾਣੀ ਸੁਣਾਉਣਾ।
ਇੱਕ ਮੁਰੀਦ ਕਿਸੇ ਦਰਬਾਰ ਤੇ ਬਹੁਤ ਸੇਵਾ ਕਰਿਆ ਕਰਦਾ ਸੀ। ਉਹਨੇ ਦਰਬਾਰ ਤੇ ਜਾਣਾ, ਆਪਣੀ ਸੇਵਾ ਕਰਨੀ, ਘਰੇ ਆ ਜਾਣਾ ਵਾਪਸ। ਵਿਆਹ ਹੋ ਗਿਆ ਉਹਦੇ, ਤੇ ਉਹ ਵਿਆਹ ਤੋਂ ਬਾਅਦ ਹੀ ਆਪਣੀ ਸੇਵਾ ਕਰਦਾ ਰਿਹਾ, ਆਪਣੀ ਸੇਵਾ ਨਹੀਂ ਛੱਡੀ। 5-6 ਸਾਲ ਬੀਤ ਗਏ, ਉਹਦੇ ਕੋਈ ਔਲਾਦ ਨਹੀਂ ਹੋਈ। ਤਾਂ ਉਸ ਮੁਰੀਦ ਨੇ, ਕਿਸੇ ਨੇ ਤਾਨਾ ਮਾਰਿਆ, ਤੂੰ ਉਸ ਦਰਬਾਰ ਤੇ ਸੇਵਾ ਕਰਦਾ, ਉਸ ਫਕੀਰ ਦੀ ਤੂੰ ਸੇਵਾ ਕਰਦਾ, ਤੇਰੇ ਤਾਂ ਔਲਾਦ ਹੈ ਨਹੀਂ, ਕਿ ਤੈਨੂੰ ਫਕੀਰ ਨੇ ਔਲਾਦ ਨਹੀਂ ਦਿੱਤੀ? ਤਾਂ ਉਸ ਮੁਰੀਦ ਦੇ ਮਨ ਤੇ ਸੱਟ ਲੱਗੀ, ਉਹ ਗੱਲਾਂ ਉਹਦੀਆਂ ਅਸਰ ਕਰ ਗਈਆਂ। ਤੇ ਉਸਨੇ ਜਦੋਂ ਦਰਬਾਰ ਤੇ ਗਿਆ, ਉਹਨੇ ਉਸ ਦਰਬਾਰ ਦੇ ਫਕੀਰ ਨਾਲ ਗੱਲ ਕੀਤੀ। ਕਹਿੰਦੇ, ਮਹਾਰਾਜ, ਮੈਂ ਇੱਕ ਗੱਲ ਕਰਨਾ ਚਾਹੁੰਦਾ ਤੁਹਾਡੇ ਨਾਲ। ਕਹਿੰਦੇ, ਦੱਸ ਬਈ, ਕੀ ਗੱਲ ਕਰਨਾ ਚਾਹੁੰਦਾ? ਕਹਿੰਦੇ, ਅੱਜ ਮੈਨੂੰ ਕੁਝ ਸੁਣਨ ਨੂੰ ਮਿਲਿਆ, ਪਰ ਉਹ ਸੁਣ ਕੇ ਮੇਰੇ ਦਿਲ ਨੂੰ ਠੇਸ ਬੂਸ ਲੱਗੀ ਆ। ਕਹਿੰਦੇ, ਦੱਸ ਵੀ ਕੀ ਕਿਹਾ? ਕਹਿੰਦੇ, ਉਹਨੇ ਕਿਹਾ ਕਿ ਤੂੰ ਇੱਕ ਐਡੇ ਵੱਡੇ ਦਰਬਾਰ ਦੀ ਤੂੰ ਸੇਵਾ ਕਰਦਾ ਆ, ਉਸ ਫਕੀਰ ਦੀ ਤੂੰ ਸੇਵਾ ਕਰਦਾ, ਤੇਰੇ ਔਲਾਦ ਕਿਉਂ ਨਹੀਂ ਹੈਗੀ? ਕੀ ਤੈਨੂੰ ਉਹਨੇ ਔਲਾਦ ਕਿਉਂ ਨਹੀਂ ਦਿੱਤੀ? ਤੈਨੂੰ ਉਹਨੇ ਮੁੰਡਾ ਕਿਉਂ ਨਹੀਂ ਦਿੱਤਾ? ਤਾਂ ਉਹ ਫਕੀਰ ਹੱਸਣ ਲੱਗ ਗਿਆ। ਜਦੋਂ ਫਕੀਰ ਹੱਸਣ ਲੱਗ ਗਿਆ, ਤੇ ਹੱਸ ਕੇ ਉਹਨੂੰ ਪੁੱਛਿਆ, ਹਾਂ ਵੀ ਮੁਰੀਦਾ, ਦੱਸ ਤੈਨੂੰ ਕੀ ਚਾਹੀਦਾ? ਮੁੰਡਾ ਲੈਣਾ, ਮੁੰਡਾ ਚਾਹੀਦਾ ਕਿ ਮੈਂ ਚਾਹੀਦਾ? ਤੇ ਉਹ ਮੁਰੀਦ ਵੀ ਸੇਵਾ ਕਰ ਕਰਕੇ, ਉਹ 'ਚ ਵੀ ਬੜੀ ਨਿਮਰਤਾ ਆਈ ਹੋਈ ਸੀ, ਸੇਵਾ ਭਾਵ ਆਇਆ ਹੋਇਆ ਸੀ, ਥੋੜ੍ਹਾ ਬਹੁਤਾ ਸੱਚ ਦੀ ਪਹਿਚਾਣ ਕਰ ਸਕਦਾ ਸੀ। ਤਾਂ ਜਦੋਂ ਉਸ ਫਕੀਰ ਨੇ ਕਿਹਾ ਕਿ ਤੈਨੂੰ ਮੁੰਡਾ ਚਾਹੀਦਾ ਕਿ ਮੈਂ ਚਾਹੀਦਾ, ਤਾਂ ਉਸ ਮੁਰੀਦ ਨੇ ਕਿਹਾ ਕਿ ਮਹਾਰਾਜ, ਮੈਨੂੰ ਮੁੰਡਾ ਨਹੀਂ, ਮੈਨੂੰ ਤੁਸੀਂ ਚਾਹੀਦੇ ਆ। ਜਦੋਂ ਇੰਨੀ ਗੱਲ ਕਹੀ ਕਿ ਮੈਨੂੰ ਤੁਸੀਂ ਚਾਹੀਦੇ ਆ, ਉਸ ਫਕੀਰ ਨੇ ਆਪਣੇ ਮੁਰੀਦ ਨੂੰ ਗਲੇ ਨਾਲ ਲਗਾ ਲਿਆ। ਕਹਿੰਦੇ, ਜਾ, ਸਮੇਂ ਆਇਆ ਤੇਰੇ ਬੇਟਾ ਵੀ ਹੋਊਗਾ। ਤੇ ਕੁਝ ਸਮਾਂ ਪਿਆ, ਤੇ ਉਸ ਦੇ ਘਰ ਇੱਕ ਬੇਟੇ ਨੇ ਜਨਮ ਲਿੱਤਾ। ਜਦੋਂ ਬੇਟੇ ਨੇ ਜਨਮ ਲਿੱਤਾ, ਤੇ 1.25 ਮਹੀਨੇ ਬਾਅਦ ਉਹਨੇ ਆਪਣੀ ਘਰਵਾਲੀ ਕਿਹਾ ਕਿ ਮੈਂ ਆਪਣੇ ਗੁਰੂ ਨੂੰ ਮਿਲਣ ਜਾਣਾ, ਆਪਣੇ ਫਕੀਰ ਨੂੰ ਮਿਲਣ ਜਾਣਾ, ਆਪਣੇ ਮੁਰਸ਼ਦ ਨੂੰ ਮਿਲਣ ਜਾਣਾ, ਤੇ ਤੂੰ ਨਿਆਜ਼ ਤਿਆਰ ਕਰ, ਤੂੰ ਨਿਆਜ਼ਾ ਤਿਆਰ ਕਰ, ਆਪਾਂ ਮੱਥਾ ਟੇਕਣ ਚੱਲੀਏ। ਤਾਂ ਉਹਨਾਂ ਨੇ ਆਪਣੇ ਘਰੇ ਨਿਆਜ਼ ਬਣਾਈ, ਬੇੜਾ ਤਿਆਰ ਕੀਤਾ, ਤੇ ਆਪਣੇ ਬੇਟੇ ਨਾਲ ਲੈ ਕੇ ਵਿਹੜੇ ਵਿੱਚ ਬੈਠ ਕੇ ਦਰਿਆ ਤੋਂ ਪਾਰ ਜਾਣਾ ਸੀ। ਉਹਨਾਂ ਨੇ, ਡੇਰਾ ਦਰਿਆ ਤੋਂ ਪਾਰ ਸੀ। ਜਦੋਂ ਵਿਹੜੇ ਵਿੱਚ ਬੈਠ ਕੇ ਦਰਿਆ ਵਿੱਚ ਜਾ ਰਹੇ ਆ, ਤੇ ਬੱਚਾ ਖੇਲਦਾ ਉਹਨੇ ਦਰਿਆ ਵਿੱਚ ਛਲਾਂਗ ਲਗਾਤੀ। ਬੱਚਾ ਖੇਲਦਾ ਦਰਿਆ ਵਿੱਚ ਗਿਰ ਗਿਆ। ਤੇ ਉਹ ਮੁਰੀਦ, ਉਹਦੀ ਘਰਵਾਲੀ ਰੋਵੇ ਕਰਲਾਵੇ ਕਿ ਆਹ ਕੀ ਹੋ ਗਿਆ। ਤੇ ਉਸ ਮੁਰੀਦ ਦੀ ਘਰਵਾਲੀ ਨੇ ਕਿਹਾ ਕਿ ਮਹਾਰਾਜ, ਕਿ ਹੁਣ ਆਪਾਂ ਕਰਨ ਕੀ ਜਾਣਾ? ਆਪਣੇ ਗੁਰੂ ਦੇ ਕੋਲ, ਆਪਾਂ ਮੁਰਸ਼ਦ ਦੇ ਕੋਲ ਕਰਨ ਕੀ ਜਾਣਾ? ਜਿਹਦੇ ਬੇਟੇ ਦੀ ਨਿਆਜ਼ ਲੈ ਕੇ ਜਾਣਾ ਸੀ, ਜਦ ਉਹੀ ਨਹੀਂ ਹੈਗਾ, ਹੁਣ ਆਪਾਂ ਨਿਆਜ਼ਾ ਕਿਹਨੂੰ ਦੇਣੀ ਆ? ਨਿਆਜ਼ਾ ਕਿਹਦੀ ਚੜਾਣੀ ਹੁਣ ਆਪਾਂ? ਪਰ ਉਸ ਮੁਰੀਦ ਨੂੰ ਆਪਣੇ ਗੁਰੂ ਤੇ ਵਿਸ਼ਵਾਸ ਸੀ, ਆਪਣੇ ਪੀਰ ਤੇ ਵਿਸ਼ਵਾਸ ਸੀ, ਉਸ ਫਕੀਰ ਤੇ ਭਰੋਸਾ ਸੀ, ਵਿਸ਼ਵਾਸ ਸੀ। ਤਾਂ ਉਸਨੇ ਘਰਵਾਲੀ ਨੇ ਕਿਹਾ ਕਿ ਨਹੀਂ, ਆਪਾਂ ਵਾਪਸ ਨਹੀਂ ਜਾਣਾ, ਹੁਣ ਆਪਾਂ ਸਿੱਧਾ ਉਸ ਆਪਣੇ ਮੁਰਸ਼ਦ ਦੇ ਚਰਨਾਂ 'ਚ ਜਾਣਾ, ਉਹਦੇ ਗੁਰੂ ਦੇ ਕੋਲ ਜਾਣਾ। ਫਿਰ ਕਿਹਾ, ਮੁੰਡਾ ਦਰਿਆ ਵਿੱਚ ਗਿਰ ਗਿਆ ਹੈ, ਜਿਹੜੀ ਨਿਆਜ਼ ਬਣਾਈ ਆ, ਜਿਹਦੇ ਲਈ ਬਣਾਈ ਆ, ਉਹਨੂੰ ਮਿਲਣਾ ਜ਼ਰੂਰ ਆ, ਅਸੀਂ ਵਾਪਸ ਨਹੀਂ ਜਾਣਾ। ਤਾਂ ਦੋਨਾਂ ਮੀਆਂ ਬੀਬੀ ਆਪਣੇ ਗੁਰੂ ਦੇ ਕੋਲ ਜਦੋਂ ਪਹੁੰਚੇ, ਮੁਰਸ਼ਦ ਦੇ ਕੋਲ ਪਹੁੰਚੇ, ਉਸ ਫਕੀਰ ਦੇ ਕੋਲ ਪਹੁੰਚੇ, ਤਾਂ ਉਹਨੇ ਜਾਂਦੇ ਹੀ ਆਵਾਜ਼ ਲਗਾਈ ਕਿ ਮਹਾਰਾਜ, ਜੇ ਤੁਸੀਂ ਲੈਣਾ ਹੀ ਨਹੀਂ ਸੀ, ਜੇ ਤੁਸੀਂ ਵਾਪਸ ਲੈਣਾ ਹੀ ਸੀ, ਫਿਰ ਦਿੱਤਾ ਕਿਉਂ? ਤਾਂ ਉਸ ਸਮੇਂ ਉਹ ਫਕੀਰ ਪਿੱਠ ਕਰਕੇ ਖੜਾ ਹੋਇਆ ਸੀ ਬਾਹਰ ਦਰਵਾਜ਼ੇ ਵੱਲ ਨੂੰ। ਤਾਂ ਉਸ ਮਰੀਜ਼ ਦੀ ਜੋ ਗੱਲ ਸੁਣੀ ਕਿ ਮੈਨੂੰ ਦਿੱਤਾ ਹੀ ਕਿਉਂ ਜੇ ਲੈਣਾ ਸੀ ਵਾਪਸ, ਤਾਂ ਉਸ ਫਕੀਰ ਦੇ ਪਿੱਠ ਕਰਕੇ ਜੋ ਖੜਾ ਸੀ ਫਕੀਰ, ਉਹਦੇ ਕੱਪੜੇ ਭੇਜੇ ਹੋਏ ਸੀ। ਜਦੋਂ ਮੁੜ ਕੇ ਉਹਨੇ ਘੁਮਾਇਆ ਉਹਦੇ ਵੱਲ ਫੇਸ, ਤੇ ਬੇਟਾ ਉਹਦੇ ਹੱਥ ਸੀ, ਮੁੰਡਾ ਉਹਨਾਂ ਦੇ ਹੱਥ ਵਿੱਚ ਸੀ। ਤੇ ਹੱਸੇ, ਖੂਬ ਹੱਸੇ। ਕਹਿੰਦੇ, ਮੁਰੀਦਾ, ਤੈਨੂੰ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਹੈਗਾ, ਆਪਣੇ ਗੁਰੂ ਤੇ ਭਰੋਸਾ ਨਹੀਂ ਹੈਗਾ, ਤੂੰ ਮੈਨੂੰ ਘਰੇ ਯਾਦ ਕੀਤਾ ਸੀ, ਮੇਰਾ ਉਹਦੀ ਧਿਆਨ ਤੇਰੇ ਵਿੱਚ ਸੀ, ਮੇਰਾ ਖਿਆਲ ਤੇਰੇ ਵੱਲ ਚੱਲਣ ਲੱਗ ਗਿਆ ਹੈ। ਜੇ ਮੈਂ ਦਿੱਤਾ ਤੇ ਰੱਖਾ ਵੀ ਤਾਂ ਮੈਂ ਹੀ ਕਰਨੀ ਆ। ਫਿਰ ਉਹਨਾਂ ਨੇ ਗਲੇ ਲਗਾਇਆ ਉਸ ਨੂੰ, ਬੇਟਾ ਉਹਨੇ ਝੋਲੀ 'ਚ ਪਾਇਆ। ਇਹ ਕਿਉਂ? ਇਹ ਭਰੋਸੇ ਵਿਸ਼ਵਾਸ ਦੀ ਗੱਲ ਆ। ਉਸ ਮਰੀਦ ਨੂੰ ਆਪਣੇ ਗੁਰੂ ਤੇ ਭਰੋਸਾ ਸੀ, ਆਪਣੇ ਗੁਰੂ ਤੇ ਵਿਸ਼ਵਾਸ ਸੀ, ਉਹ ਡੋਲਿਆ ਨਹੀਂ ਹੈਗਾ। ਸਾਨੂੰ ਇੱਕ ਕੰਮ ਨਹੀਂ ਸਾਡਾ ਹੁੰਦਾ ਤਾਂ ਅਸੀਂ ਗੁਰੂ ਛੱਡ ਦਿੰਦੇ ਹਾਂ।
ਸਾਡੀ ਇੱਕ ਆਸ ਪੂਰੀ ਨਹੀਂ ਹੁੰਦੀ, ਅਸੀਂ ਗੁਰੂ ਨੂੰ ਬੁਲਾਉਣਾ ਛੱਡ ਦਿੰਦੇ ਹਾਂ। ਗੁਰੂ ਮਾੜੀ ਮੋਟੀ ਚੀਜ਼ ਨਹੀਂ ਹੈਗੀ। ਭਗਵਾਨ ਗੁਰੂ ਦੇ ਰੂਪ ਵਿੱਚ ਹੀ ਆਪਣੇ ਮਰੀਜ਼ ਨੂੰ ਦਰਸ਼ਨ ਦਿੰਦਾ ਆ। ਪਰਮਾਤਮਾ ਆਪਣੇ ਮਰੀਜ਼ ਨੂੰ ਗੁਰੂ ਦੇ ਰੂਪ ਵਿੱਚ ਹੀ ਦਰਸ਼ਨ ਦਿੰਦਾ ਆ, ਕਿਉਂਕਿ ਉਹਦਾ ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਕੋਈ ਆਕਾਰ ਨਹੀਂ ਹੈਗਾ। ਉਹਨੂੰ ਕਿਸ ਤਰ੍ਹਾਂ ਦੇਖਾਂਗੇ? ਜਿਹਦਾ ਰੰਗ ਰੂਪ ਆਕਾਰ ਨਾ ਹੋਵੇ। ਅਸੀਂ ਉਹਨੂੰ ਗੁਰੂ ਦੇ ਜ਼ਰੀਏ ਦੇਖਦੇ ਹਾਂ। ਗੁਰੂ ਨੇ ਦੇਖਿਆ ਉਹੀ ਸਾਨੂੰ ਦਿਖਾ ਸਕਦਾ। ਉਹ ਗੁਰੂ ਦੇ ਰੂਪ ਵਿੱਚ ਹੀ ਸਾਨੂੰ ਦਰਸ਼ਨ ਦੀਦਾਰ ਦਿੰਦਾ ਹੈ। ਇਹ ਰਮਜ਼ਾਂ ਇਹ ਪਹਿਚਾਨਣ ਦੀ ਕੋਸ਼ਿਸ਼ ਕਰੋ। ਗੁਰੂ ਤੋਂ ਨਾਮਦਾਨ ਲੈ ਕੇ, ਨਾਮ ਦੀਕਸ਼ਾ ਲੈ ਕੇ, ਸ਼ਬਦ ਲੈ ਕੇ, ਗੁਰੂ ਵਾਲੇ ਬਣ ਕੇ ਤੁਸੀਂ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ। ਉਹ ਸੰਸਾਰ 'ਚ ਤੁਸੀਂ ਰਹਿੰਦੇ ਹੋ, ਪਰਿਵਾਰ 'ਚ ਰਹਿੰਦੇ ਹੋ, ਤਰ੍ਹਾਂ ਤਰ੍ਹਾਂ ਤੁਹਾਡੇ ਇਮਤਿਹਾਨ ਹੁੰਦੇ ਆ। ਤੁਸੀਂ ਕਿਸ ਟਾਈਮ ਪਰਿਵਾਰ ਤੋਂ ਪਰੇਸ਼ਾਨ ਹੋ ਜਾਂਦੇ, ਭਗਤੀ ਵੀ ਕਰਦੇ, ਪਰੇਸ਼ਾਨ ਵੀ ਹੋ ਜਾਂਦੇ ਆ, ਫਿਰ ਤੁਹਾਡਾ ਮਨ ਭਗਤੀ ਟੁੱਟ ਜਾਂਦਾ। ਇਹ ਤੁਹਾਡੇ ਆਪ ਦੇ ਮੈਟਰ ਨੇ, ਆਪ ਦੀਆਂ ਇਹ ਸਮੱਸਿਆ ਨੇ। ਤਾਂ ਹੀ ਕਹਿੰਦੇ ਗ੍ਰਹਿਸਥ ਆਸ਼ਰਮ ਵਿੱਚ ਜਲਦੀ ਹੀ ਪਰਮਾਤਮਾ ਮਿਲਦਾ, ਕਿਉਂਕਿ ਸਾਡੇ ਜ਼ਿੰਮੇਵਾਰੀਆਂ ਨਹੀਂ ਹੁੰਦੀਆਂ। ਅਸੀਂ ਉਹ ਨਿਭਾ ਕੇ ਉਹਨਾਂ ਵਿੱਚੋਂ ਕੱਢਣਾ। ਜੇ ਸਾਨੂੰ ਆਪਣੇ ਗੁਰੂ ਤੇ ਵਿਸ਼ਵਾਸ ਆ, ਗੁਰੂ ਤੇ ਭਰੋਸਾ ਆ ਕਿ ਜੋ ਵੀ ਹੋ ਰਿਹਾ ਉਹਦੀ ਮਰਜ਼ੀ ਨਾਲ ਹੋ ਰਿਹਾ, ਜੋ ਵੀ ਉਹ ਕਰੂੰਗਾ ਮੈਂ ਉਹਦੀ ਰਜ਼ਾ ਵਿੱਚ ਖੁਸ਼ ਹੋਊਂਗਾ। ਜਦੋਂ ਅਸੀਂ ਉਸ ਦੀ ਭਾਣੇ ਵਿੱਚ, ਰਜ਼ਾ ਵਿੱਚ ਖੁਸ਼ ਹੋਣਾ ਲੱਗ ਪਏ ਨਾ, ਤਾਂ ਸਾਡੀ ਗੱਲ ਬਣ ਜਾਏਗੀ। ਜੇ ਅਸੀਂ ਆਪ ਹੀ ਟੈਨਸ਼ਨਾਂ ਲੈਣੀਆਂ ਤਾਂ ਉਹਨੇ ਕਿੱਥੇ ਟੈਨਸ਼ਨਾਂ ਲੈਣੀਆਂ? ਜੇ ਅਸੀਂ ਆਪ ਹੀ ਸਾਰਾ ਬੋਝ ਪਾਣਾ ਮਨ ਦੇ ਤੇ, ਆਪ ਹੀ ਪਰੇਸ਼ਾਨੀਆਂ ਮਨ ਤੇ ਰੱਖਣੀਆਂ, ਆਪ ਹੀ ਟੈਨਸ਼ਨਾਂ ਰੱਖਣੀਆਂ, ਤੇ ਫਿਰ ਗੁਰੂ ਕੀ ਕਰੇਗਾ? ਆਪਣੀਆਂ ਟੈਨਸ਼ਨ ਜੋ ਸਭ ਗੁਰੂ ਨੂੰ ਦੇ ਦਿਓ, ਗੁਰੂ ਨੂੰ ਸਮਰਪਣ ਕਰ ਦਿਓ ਆਪਣੇ ਆਪ ਨੂੰ। ਠੀਕ ਆ? ਦੁੱਖ ਵੀ ਦੇਣਾ ਤਾਂ ਵੀ ਉਹਦੀ ਮੌਜ ਆ, ਸੁੱਖ ਵੀ ਦੇਣਾ ਆਪ ਹੀ ਮੌਜ ਆ। ਮਾਂ ਬਾਪ ਕਦੇ ਨਹੀਂ ਚਾਹੁੰਦੇ ਮੇਰੇ ਬੇਟੇ ਦੁਖੀ ਰਹਿਣ, ਮੇਰੇ ਬੇਟੇ ਕਸ਼ਟ ਵਿੱਚ ਰਹਿਣ। ਮਾਂ ਬਾਪ ਹਮੇਸ਼ਾ ਆਪਣੇ ਬੱਚਿਆਂ ਦਾ ਭਲਾ ਚਾਹੁੰਦੇ ਆ। ਉਹ ਤਾਂ ਫਿਰ ਵੀ ਗੁਰੂ ਆ। ਗੁਰੂ ਕਦੇ ਨਹੀਂ ਚਾਹੁੰਦਾ ਮੇਰੇ ਬੱਚੇ ਦੁਖੀ ਰਹਿਣ। ਉਹ ਹਮੇਸ਼ਾ ਕਹਿਣਾ ਕਿ ਮੇਰੇ ਬੱਚੇ ਹਮੇਸ਼ਾ ਖੁਸ਼ ਰਹਿਣ, ਉਸ ਆਨੰਦ ਦੀ ਅਵਸਥਾ 'ਤੇ ਪਹੁੰਚਣ, ਅਸਲੀ ਆਨੰਦ ਦੀ ਪ੍ਰਾਪਤੀ ਕਰਨ, ਬਾਦਸ਼ਾਹ ਬਣ ਕੇ ਰਵੇ। ਇਹ ਗੁਰੂ ਚਾਹੁੰਦਾ। ਗੁਰੂ ਦਾ ਔਰ ਸਿੱਖਿਆ ਰਿਸ਼ਤਾ 9 ਮਾਸ ਦਾ ਰਿਸ਼ਤਾ ਹੈ, ਸਭ ਤੋਂ ਸੱਚਾ ਰਿਸ਼ਤਾ ਆ। ਸੰਸਾਰ ਜਿਹੜੇ ਮਾਂ-ਬਾਪ ਨੇ, ਧੀਆਂ ਪੁੱਤ ਨੇ, ਭੈਣ ਭਰਾ ਨੇ, ਇਹਨਾਂ ਰਿਸ਼ਤਾ ਸਿਰਫ ਸ਼ਮਸ਼ਾਨ ਘਾਟ ਤੱਕ ਆ। ਪੈਸਾ ਧਨ ਦੌਲਤ ਸਿਰਫ ਸ਼ਮਸ਼ਾਨ ਘਾਟ ਤੱਕ। ਇਸ ਤੋਂ ਬਾਅਦ ਕਿਸੇ ਚੀਜ਼ ਦੀ ਕੰਮ ਨਹੀਂ ਆਉਣਾ ਤੁਹਾਡੇ ਸਰੀਰ ਨੇ ਕੰਮ ਵੀ ਨਹੀਂ ਆਉਣਾ ਤੁਹਾਡੇ। ਤਾਂ ਇੱਕ ਗੁਰੂ ਆ ਜਿਹੜਾ ਤੁਹਾਨੂੰ ਇੱਥੇ ਵੀ ਸਹਾਇਤਾ ਕਰਦਾ ਤੇ ਉੱਥੇ ਵੀ ਸਹਾਇਤਾ ਕਰਦਾ, ਇੱਥੇ ਵੀ ਤੇ ਅੱਗੇ ਵੀ। ਗੁਰੂ ਉਹ ਸ਼ਿਸ਼ੇ ਦਾ ਅਸਲੀ ਰਿਸ਼ਤਾ ਆ। ਗੁਰੂ ਨਾਲ ਨਾਰਾਜ਼ ਹੋਣ ਦੀ ਲੋੜ ਨਹੀਂ ਹੈਗੀ, ਗੁਰੂ ਨਾਲ ਮੁੱਖ ਮੋੜਨ ਦੀ ਲੋੜ ਨਹੀਂ ਹੈਗੀ। ਜਦੋਂ ਗੁਰੂ ਨੇ ਮੁੱਖ ਮੋੜ ਲਿਆ, ਤੁਹਾਨੂੰ ਨਰਕਾਂ 'ਚ ਵੀ ਜਗ੍ਹਾ ਨਹੀਂ ਮਿਲਣੀ। ਸੰਤਾਂ ਮਹਾਂਪੁਰਸ਼ਾਂ ਦੀ ਇਤਿਹਾਸ ਪੜ੍ਹਦੇ ਹਾਂ ਆਪਾਂ, ਗੱਲਾਂ ਪੜ੍ਹਦੇ ਹਾਂ, ਕਹਾਣੀਆਂ ਪੜ੍ਹਦੇ ਹਾਂ। ਉਹਨਾਂ ਦੇਖੋ ਅਸੀਂ ਉਹਨਾਂ ਭਗਤਾਂ ਨੇ ਆਪਣਾ ਵਾਰ ਦਿੱਤਾ ਜਿਹਨੂੰ ਅਸੀਂ ਅੱਜ ਯਾਦ ਕਰਦੇ ਹਾਂ। ਸੁਦਾਮੇ ਨੇ ਕ੍ਰਿਸ਼ਨ ਭਗਵਾਨ ਦੇ ਲਈ ਦੇਖੋ ਆਪਣੀ ਗਰੀਬੀ ਸਾਰੀ ਜ਼ਿੰਦਗੀ ਕੱਢ ਦਿੱਤੀ, ਪਰ ਉਹਨੇ ਆਪਣੇ ਕ੍ਰਿਸ਼ਨ ਭਗਵਾਨ ਨੂੰ ਮਾੜਾ ਨਹੀਂ ਕਿਹਾ ਕਦੇ ਵੀ। ਉਹਨੇ ਬਸ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ। ਜਦੋਂ ਕ੍ਰਿਸ਼ਨ ਭਗਵਾਨ ਖੁਸ਼ ਹੋਏ ਤਾਂ ਸਭ ਕੁਝ ਦੁਬਾਰਾ ਦੇ ਦਿੱਤਾ, ਕਿਸੇ ਕਮੀ ਨਹੀਂ ਛੱਡੀ। ਪਰ ਇਮਤਿਹਾਨ ਉਹਨੇ ਲਿੱਤੇ ਆ। ਅੱਜ ਕੱਲ੍ਹ ਤਾਂ ਗੁਰੂ ਦਾ ਇਮਤਿਹਾਨ ਹੀ ਲੈਂਦਾ। ਅੱਜ ਕਹਿੰਦਾ ਆਓ ਤੇ ਨਾਮਦਾਨ ਲਓ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੇ, ਆਪਣੇ ਘਰੇ ਜਾ ਕੇ ਅਭਿਆਸ ਕਰੋ, ਸਿਮਰਨ ਕਰੋ, ਬੰਦਗੀ ਕਰੋ। ਸਾਡੀ ਮਨ ਨਾਲ ਆਪਸ ਵਿੱਚ ਲੜਾਈ ਆ। ਸਾਡੇ ਕੋਲ ਆਪਣੇ ਮਨ ਨਾਲ ਲੜਾਈ ਨਹੀਂ ਹੁੰਦੀ। ਗੁਰੂ ਦਾ ਅਸੀਂ ਕੀ ਕਰ ਸਕਦੇ ਹਾਂ? ਗੁਰੂ ਲਈ ਅਸੀਂ ਕੁਛ ਵੀ ਨਹੀਂ ਕਰ ਸਕਦੇ। ਗੁਰੂ ਨੂੰ ਅਸੀਂ ਦੇ ਵੀ ਨਹੀਂ ਕੁਛ ਸਕਦੇ। ਸਿਰਫ ਗੁਰੂ ਨੂੰ ਤੁਹਾਡੇ ਕੋਲ ਉਮੀਦ ਆ ਕਿ ਬੇਟੇ ਭਜਨ ਸਿਮਰਨ ਕਰੋ, ਬੰਦਗੀ ਕਰੋ। ਤੁਹਾਡੇ ਸਿਰਫ ਭਗਤੀ ਦੀ ਉਮੀਦ ਆ। ਤੁਸੀਂ ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ। ਠੀਕ ਆ? ਇਸ ਸਰੀਰ ਦੇ ਵਿੱਚ ਦੇਹਧਾਰੀ ਗੁਰੂ ਦੀ ਬਹੁਤ ਲੋੜ ਆ। ਇਹ ਤੋਂ ਬਿਨਾਂ ਗਿਆਨ ਨਹੀਂ ਹੈਗਾ। ਠੀਕ ਹੈ? ਗੁਰੂ ਹਮੇਸ਼ਾ ਸਵੇਰੇ ਪੂਰਨ ਸੰਤ ਮਹਾਂਪੁਰਸ਼ ਕਹਿੰਦੇ ਹੋ, ਬੇਟੇ ਮੇਰੇ ਸਰੀਰ ਨਾਲ ਪਿਆਰ ਨਾ ਕਰੋ, ਮੈਨੂੰ ਆਪਣੇ ਅੰਤਰ ਵਿੱਚ ਦੇਖਣ ਦੀ ਕੋਸ਼ਿਸ਼ ਕਰੋ। ਮੈਂ ਤੁਹਾਡੇ ਅੰਦਰ ਸ਼ਬਦ ਰੂਪ ਦੇ ਵਿੱਚ ਬੈਠਾ ਹਾਂ। ਤੁਸੀਂ ਆਓ, ਅੰਦਰ ਆਓ, ਅੰਦਰ ਮੈਨੂੰ ਦੇਖਣ ਦੀ ਕੋਸ਼ਿਸ਼ ਕਰੋ। ਮੇਰੇ ਸਰੀਰ ਨਾਲ ਇਸ ਨਾਲ ਪਿਆਰ ਨਾ ਕਰੋ। ਮੇਰੇ ਪਿੱਛੇ ਭੱਜਣ ਦੀ ਲੋੜ ਨਹੀਂ ਆ, ਮੇਰੇ ਅੱਗੇ ਭੱਜਣ ਦੀ ਲੋੜ ਨਹੀਂ ਹੈਗੀ, ਮੇਰੇ ਪੈਰੀ ਹੱਥ ਲਾਉਣ ਦੀ ਲੋੜ ਨਹੀਂ ਹੈਗੀ, ਮੇਰੇ ਚਰਨਾਂ 'ਚ ਧੂੜ ਚੱਕਣ ਦੀ ਲੋੜ ਨਹੀਂ ਹੈਗੀ। ਇਹ ਸਭ ਵਿਅਰਥ ਦੀਆਂ ਗੱਲਾਂ। ਅੰਦਰ ਆ ਜਾਓ। ਅੰਦਰ ਮੈਂ ਤੁਹਾਡੇ ਅੰਦਰ ਬੈਠਾ ਹਾਂ, ਸ਼ਬਦ ਰੂਪ ਦੇ ਵਿੱਚ ਬੈਠਾ। ਅੰਦਰ ਆ ਜਾਓ। ਸੱਚ ਇੱਥੇ ਆ, ਬਾਹਰ ਸਭ ਜੋ ਵੀ ਝੂਠ ਆ। ਨਾਸ਼ਵਾਨ ਸਰੀਰ ਵੀ ਸਾਡਾ ਸਾਥ ਨਹੀਂ ਦੇਣਾ। ਛੋਟੀ ਛੋਟੀ ਗੱਲਾਂ ਇਹ ਸਮਝਣ ਦੀ ਕੋਸ਼ਿਸ਼ ਕਰੋ। ਅਸੀਂ ਆਪਣੇ ਆਪ ਹੀ ਗੁਰੂ ਦਾ ਨਾਰਾਜ਼ ਹੋ ਜਾਂਦੇ ਹਾਂ। ਅਸੀਂ ਇੱਛਾਵਾਂ, ਜੇ ਤੁਸੀਂ ਭਗਤੀ 'ਚ ਕਾਮਯਾਬ ਹੋਣਾ ਚਾਹੁੰਦੇ ਹੋ, ਸਫਲ ਹੋਣਾ ਚਾਹੁੰਦੇ ਹੋ, ਤੇ ਜੇ ਤੁਸੀਂ ਬਿਨਾਂ ਸ਼ਰਤ ਦੇ, ਬਿਨਾਂ ਇੱਛਾਵਾਂ ਦੇ, ਬਿਨਾਂ ਸਵਾਲਾਂ ਤੇ ਭਗਤੀ ਕਰੋਗੇ ਤਾਂ ਆਪਣੀ ਮੰਜ਼ਿਲ ਤੇ ਜਲਦੀ ਪਹੁੰਚ ਜਾਵੋਗੇ। ਜੇ ਤੁਸੀਂ ਇੱਛਾਵਾਂ ਰੱਖ ਕੇ
ਭਗਤੀ ਕਰੋਗੇ, ਸਵਾਲ ਰੱਖ ਕੇ ਭਗਤੀ ਕਰੋਗੇ, ਆਪਣੀ ਜ਼ਰੂਰਤਾਂ ਰੱਖ ਕੇ ਭਗਤੀ ਕਰੋਗੇ ਤਾਂ ਤੁਸੀਂ ਇਸ ਭਗਤੀ ਵਿੱਚ ਕਦੇ ਸਫਲ ਨਹੀਂ ਹੋ ਸਕਦੇ। ਤੁਸੀਂ ਅੱਜ ਵੀ ਫੇਲ ਆ ਤੇ ਕੱਲ ਵੀ ਫੇਲ ਆ, ਫਿਰ ਤੁਹਾਨੂੰ ਇਸ ਮੰਜ਼ਿਲ ਤੇ ਤੁਸੀਂ ਪਹੁੰਚ ਹੀ ਨਹੀਂ ਸਕਦੇ, ਬੜਾ ਸਮਾਂ ਲੱਗ ਜਾਏਗਾ। ਜੇ ਤੁਸੀਂ ਨਿਸਵਾਰਥ ਭਗਤੀ ਕਰੋਗੇ, ਹਨਾ, ਖਾਲੀ ਹੋ ਕੇ ਭਗਤੀ ਕਰੋਗੇ, ਕੋਈ ਸਵਾਲ ਨਾ ਹੋਵੇ, ਨਿਸ਼ਕਾਮ ਭਗਤੀ ਕਰੋਗੇ, ਤੁਹਾਡੀ ਜਲਦੀ ਤੁਸੀਂ ਮੰਜ਼ਿਲ ਤੱਕ ਪਹੁੰਚ ਜਾਵੋਗੇ। ਇਸ ਕਰਕੇ ਸਵਾਲ ਨਾ ਰੱਖੋ, ਇੱਛਾਵਾਂ ਨਾ ਰੱਖੋ, ਠੀਕ ਹੈ। ਜੋ ਸਾਡੀ ਕਿਸਮਤ 'ਚ ਆ, ਜੋ ਸਾਡੇ ਕਰਮਾਂ 'ਚ ਆ, ਜਿੱਦਾਂ ਅਸੀਂ ਕਰਮ ਕਰਾਂਗੇ ਉੱਦਾਂ ਸਾਨੂੰ ਸਮੇਂ ਆਏ ਤੇ ਆਪਣੇ ਮਿਲਦਾ ਰਹਿਣਾ, ਠੀਕ ਹੈ। ਇਸ ਕਰਕੇ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ, ਠੀਕ ਹੈ। ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਮੰਗ ਲਵੋ, ਗੁਰੂ ਦੇ ਕੋਲੋਂ ਗੁਰੂ ਨੂੰ ਮੰਗ ਲਓ, ਠੀਕ ਹੈ। ਗੁਰੂ ਤੋਂ ਅਸੀਂ ਮੁੰਡੇ ਕੁੜੀਆਂ ਮੰਗਦੇ ਆ, ਕਦੇ ਗੁਰੂ ਨੂੰ ਮੰਗ ਲਓ। ਜੇ ਗੁਰੂ ਮਿਲ ਗਿਆ ਸਾਰੇ ਪਦਾਰਥ ਆਪਣੇ ਆਪ ਮਿਲ ਜਾਏਗੇ। ਸਾਡਾ ਗੁਰੂ ਇੱਕ ਕੰਮ ਨਹੀਂ ਕਰਦਾ, ਇਹ ਛੱਡ ਕੇ ਦੂਜੇ ਪਾਸੇ ਚਲੇ ਜਾਂਦੇ ਆ। ਧਾਗੇ ਤਵੀਤਾਂ ਤੇ ਸਾਨੂੰ ਵਿਸ਼ਵਾਸ ਆ, ਪੱਥਰਾਂ ਤੇ ਸਾਨੂੰ ਵਿਸ਼ਵਾਸ ਆ, ਨਾਰੀਅਲਾਂ ਤੇ ਸਾਨੂੰ ਵਿਸ਼ਵਾਸ ਆ, ਪਰ ਸਾਨੂੰ ਗੁਰੂ ਤੇ ਵਿਸ਼ਵਾਸ ਨਹੀਂ ਹੈਗਾ, ਠੀਕ ਹੈ। ਅਸੀਂ ਇੰਨਾ ਪੜ੍ਹਾਈਆਂ ਲਿਖਾਈ ਕਰੀ ਜਾਂਦੇ, ਪੜ੍ਹੇ ਲਿਖੀ ਜਾਂਦੇ। ਇਹ ਜਿਹੜਾ ਸਫ਼ਰ ਆ ਪੜ੍ਹ ਲਿਖ ਕੇ ਅਨਪੜ੍ਹ ਹੋਣ ਵਾਲਾ ਸਫ਼ਰ ਆ, ਇਹ ਪਾਗਲ ਹੋਣ ਵਾਲਾ ਸਫ਼ਰ ਆ। ਇਹ ਪੜ੍ਹ ਲਿਖ ਕੇ ਪਾਗਲ ਹੋ ਜਾਓ, ਇਹ ਇਹੋ ਜਿਹਾ ਸਫ਼ਰ ਆ ਇਹ ਕਿ ਕੁਝ ਪਤਾ ਹੀ ਨਹੀਂ ਹੈਗਾ। ਚੱਲੀ ਚਲੋ ਚੱਲੀ ਚਲੋ ਚੱਲੀ ਚਲੋ, ਰੋਜ਼ ਅਭਿਆਸ ਕਰੀ ਚਲੋ। ਇੱਥੇ ਸਿਆਣਾ ਦਾ ਕੋਈ ਕੰਮ ਨਹੀਂ ਇਸ ਸਫ਼ਰ ਦੇ ਵਿੱਚ। ਇਸ ਬੁੱਧੀ ਜਿਹੜਾ ਮਨ ਨਾਲ ਚੱਲਦਾ, ਬੁੱਧੀ ਨਾਲ ਚੱਲਦਾ, ਇਹਦੇ ਵਿੱਚ ਕੋਈ ਕੰਮ ਨਹੀਂ ਹੈਗਾ ਇਸ ਚੀਜ਼ ਦਾ। ਇਹਦਾ ਪ੍ਰੇਮ ਦਾ ਸੌਦਾ, ਪ੍ਰੇਮ ਕਰੋ ਪ੍ਰੇਮ ਕਰੋ ਪ੍ਰੇਮ ਕਰੋ, ਰੋਜ਼ ਪੰਸਿਵ ਦਾ ਅਭਿਆਸ ਕਰੋ, ਫਿਰ ਤੁਹਾਡੀ ਗੱਲ ਬਣਨੀ ਹੈਗੀ ਹੈ, ਠੀਕ ਹੈ। ਗੁਰੂਆਂ ਨੇ, ਸੰਤਾਂ, ਮਹਾਂਪੁਰਸ਼ਾਂ ਨੇ ਹਰ ਚੀਜ਼ ਲਿਖਤੀ, ਆਉਣ ਵਾਲਾ ਸਮਾਂ ਪਹਿਲਾਂ ਲਿਖ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਕਿ ਮੈਂ ਕਲਕੀ ਅਵਤਾਰ ਲੈ ਕੇ ਆਵਾਂਗਾ ਕਲਯੁਗ ਦੇ ਵਿੱਚ। ਜਦੋਂ ਘੋਰ ਕਲਯੁਗ ਜ਼ਿਆਦਾ ਜ਼ੋਰ ਪੈ ਗਿਆ, ਗੁਰੂ ਸਾਹਿਬ ਨੇ ਕਲਕੀ ਅਵਤਾਰ ਲੈ ਕੇ ਆਉਣਾ। ਕ੍ਰਿਸ਼ਨ ਭਗਵਾਨ ਨੇ ਵੀ ਕਿਹਾ ਸੀ ਮੈਂ ਕਲਕੀ ਅਵਤਾਰ ਲੈ ਕੇ ਆਉਣਾ। ਇਹ ਸਭ ਉਹੀ ਹੈ, ਇੱਕੋ ਹੀ ਆ, ਸਭ ਦੋ ਨਹੀਂ ਹੈਗੇ। ਰਾਮ ਵੀ ਉਹੀ ਆ, ਕ੍ਰਿਸ਼ਨ ਵੀ ਉਹੀ ਆ, ਨਾਨਕ ਵੀ ਉਹੀ ਆ, ਗੋਬਿੰਦ ਵੀ ਉਹੀ ਆ, ਸਾਰਾ ਕੁਝ ਉਹੀ ਆ। ਇਹ ਮਨ ਦੇ ਸਾਡੇ ਭੁਲੇਖੇ ਨੇ। ਇੱਕ ਸਫ਼ਰ ਦੇ ਘਬਰਾ ਕੇ ਤਾਂ ਦੇਖੋ, ਤੁਹਾਡੇ 80-90% ਦਾ ਸਵਾਲ ਉਦੋਂ ਹੀ ਖਤਮ ਹੋ ਜਾਣੇ। ਅਸੀਂ ਦੁਖੀ ਹਾਂ, ਸੰਸਾਰ ਜੋ ਕੁਝ ਹੋ ਰਿਹਾ ਇਹ ਸਾਡੇ ਆਪ ਹੀ ਕੰਢੇ ਬੀਜੇ ਹੋਏ ਨੇ। ਅੱਜ ਅਸੀਂ ਦੁਖੀ ਹਾਂ ਤੇ ਸਾਡੇ ਹੀ ਕਾਰਨ ਆ ਇਹ। ਅਸੀਂ ਆਪਣੇ ਕਰਮ ਹੀ ਉੱਦਾਂ ਦੇ ਅਸੀਂ ਕੀਤੇ ਹੋਏ ਆ ਜਿਹੜੇ ਅੱਜ ਅਸੀਂ ਦੁਖੀ ਹਾਂ। ਸੰਸਾਰ ਜੋ ਕੁਝ ਹੋ ਰਿਹਾ, ਲੜਾਈ ਝਗੜੇ ਵਧੀ ਜਾ ਰਹੇ ਆ, ਜੋ ਕੁਝ ਹੋ ਰਿਹਾ ਅਸੀਂ ਵੀ ਕੰਢੇ ਬੀਜੇ ਹੋਏ ਆ। ਕਰੋਨਾ ਕਾਲ ਦੇ ਵਿੱਚ ਤੁਸੀਂ ਦੇਖੋ ਕਿ ਮੌਸਮ ਕਿੱਦਾਂ ਅਸਮਾਨ ਸਾਫ਼ ਹੋ ਗਿਆ ਸੀ। ਲੁਧਿਆਣੇ ਸ਼ਹਿਰ ਤੋਂ ਉਹ ਦਿਖਦੇ ਸੀ ਪਹਾੜ, ਹੁਸ਼ਿਆਰਪੁਰ ਅੱਗੇ ਜਿਹਨੇ ਪਹਾੜ ਆ ਸਾਰੇ ਪਹਾੜ ਦੂਰ ਦਿਖੇ। ਮੌਸਮ ਇੰਨਾ ਸਾਫ਼ ਹੋ ਗਿਆ ਸੀ, ਨਦੀਆਂ ਨਾਲੇ ਸਾਰੇ ਸਾਫ਼ ਹੋ ਗਏ ਸੀ। ਮਤਲਬ ਉਸ ਨੂੰ ਗੰਦਾ ਕਰਨ ਵਾਲਾ ਇੱਕ ਇਨਸਾਨ ਹੀ ਆ। ਇਨਸਾਨ ਨੇ ਆਪਣੇ ਸਵਾਰਥ ਲਈ ਦੂਜਿਆਂ ਦੀ ਹੱਤਿਆ ਕੀਤੀ ਹੈ। ਅਸੀਂ ਕੁਦਰਤ ਨੂੰ ਵੀ ਸੰਭਾਲ ਕੇ ਰੱਖਣਾ ਹੈ, ਇਸ ਸ੍ਰਿਸ਼ਟੀ ਨੂੰ ਵੀ ਸੰਭਾਲ ਕੇ ਰੱਖਣਾ। ਅਸੀਂ ਇਹਨੂੰ ਸੰਭਾਲਾਂਗੇ, ਸਾਨੂੰ ਸੰਭਾਲੇਗੀ। ਸਾਨੂੰ ਆਕਸੀਜਨ ਦੇ ਪਿੱਛੇ ਕਿੰਨਾ ਤੜਫਣਾ ਪਿਆ, ਸਾਨੂੰ ਫ੍ਰੀ ਆਕਸੀਜਨ ਮਿਲਦੀ ਪਈ ਆ। ਇੰਨੇ ਦਰਖਤ ਅਸੀਂ ਕੱਟੀ ਜਾਂਦੇ, ਵੱਢੀ ਜਾਂਦੇ। ਇਹਨੇ ਸੰਭਾਲ ਕਰੋ, ਇਹਨਾਂ ਦੀ ਵੱਧ ਤੋਂ ਵੱਧ ਲਗਾਉਣ ਦੀ ਕੋਸ਼ਿਸ਼ ਕਰੋ। ਪਾਣੀ ਪ੍ਰਮਾਤਮਾ ਨੇ 75% ਧਰਤੀ ਤੇ ਪਾਣੀ ਆ, ਜਿੰਨਾ ਮਰਜ਼ੀ ਪਿਓ ਨਹਾਵੋ ਧੋ, ਪਰ ਸਾਡੇ ਕਾਰਨ ਇਹ ਨੀਚੇ ਜਾ ਰਿਹਾ ਕਿਉਂਕਿ ਕੈਮੀਕਲ ਪਾਈ ਜਾ ਰਹੇ ਅਸੀਂ। ਸਾਨੂੰ ਆਪਣੇ ਆਪ ਨੂੰ ਬਦਲਣਾ ਪੜੇਗਾ, ਤਾਂ ਹੀ ਸਾਡਾ ਦੇਸ਼ ਬਦਲੇਗਾ। ਅੱਜ ਕਿਸਾਨਾਂ ਦਾ ਸਾਨੂੰ ਸਾਥ ਦੇਣਾ ਚਾਹੀਦਾ, ਕਿਸਾਨਾਂ ਵੀਰਾਂ ਦਾ ਸਾਥ ਦੇਣਾ ਚਾਹੀਦਾ। ਇਹ ਇਕੱਲੀ ਕਿਸਾਨਾਂ ਦੀ ਲੜਾਈ ਨਹੀਂ, ਸਾਡੀ ਆਪਣੀ ਵੀ ਲੜਾਈ ਆ। ਜੇ ਜੰਗ ਹਾਰ ਗਏ ਤਾਂ ਹਰ ਚੀਜ਼ ਜਿਹੜੀ 10 ਰੁਪਏ ਚੀਜ਼ ਆ ਨਾ 200 ਰੁਪਏ ਕਿਲੋ ਮਿਲਣੀ ਆ। ਅੱਜ ਦੇਖ ਲਓ 80 ਰੁਪਏ ਜਿਹੜੀ ਬੋਤਲ ਸੀ ਤੇਲ ਦੀ, ਅੱਜ 235 ਤੱਕ 200 ਰੁਪਏ ਤੱਕ ਮਿਲਣ ਲੱਗ ਗਿਆ। ਸਬਜ਼ੀ 150 ਰੁਪਏ ਕਿਲੋ ਮੇਥੀ ਮਿਲਦੀ ਸੀ। ਜੇ ਇਹ ਕਿਸਾਨਾਂ ਦਾ ਤੁਸੀਂ ਸਾਥ ਨਾ ਦਿੱਤਾ ਤਾਂ ਤੁਹਾਡੇ ਜਿਹੜੇ ਛੋਟੇ ਛੋਟੇ ਦੁਕਾਨਦਾਰ ਇਹ ਵੀ ਖਤਮ ਹੋ ਜਾਣੇ, ਵੱਡੇ ਵੱਡੇ ਮੌਲਾਂ ਨੇ ਜਗ੍ਹਾ ਲੈ ਲੈਣੀ ਆ। ਅੱਜ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ, ਕਿਸਾਨਾਂ ਵੀਰਾਂ ਸਾਥ ਦੇਣਾ ਪੈਣਾ, ਨਹੀਂ ਤਾਂ ਸਾਰੀ ਜ਼ਿੰਦਗੀ ਤੁਸੀਂ ਕਦੇ ਆਸ ਨਾ ਰੱਖਿਓ ਇਸ ਕੀ ਕਿਸੇ ਕੋਲੋਂ ਉਮੀਦ ਨਾ ਰੱਖਿਓ ਕਿਸੇ ਗੱਲ ਦੀ। ਅੱਜ ਸਾਨੂੰ ਕਿਸਾਨਾਂ ਵੀਰਾਂ ਸਾਥ ਦੇਣਾ ਚਾਹੀਦਾ। ਇਹ ਸਾਡੀ ਸਭ ਦੀ ਲੜਾਈ ਆ। ਇਹ ਨਾ ਦੇਖੋ ਉਹਦੇ ਘਰ ਅੱਗ ਲੱਗੀ ਆ, ਮੇਰੇ ਘਰ ਪਹੁੰਚੂਗੀ ਫਿਰ ਅਸੀਂ ਬੁਝਾਵਾਂਗੇ। ਅੱਜ ਸਾਨੂੰ ਇੱਕ ਮੰਚ ਤੇ ਇਕੱਠੇ ਹੋਣਾ ਪੈਣਾ, ਇਹਨਾਂ ਦੀ ਸਹਾਇਤਾ ਕਰਨੀ ਪੈਣੀ ਹੈ। ਇਹ ਸਾਡੇ ਵਾਸਤੇ ਬਣੇ ਸਭ ਕੁਝ, ਨਹੀਂ ਛੋਟੇ ਛੋਟੇ ਦੁਕਾਨਦਾਰ ਸਾਰੇ ਖਤਮ ਹੋ ਜਾਣੇ। ਮੌਲਾਂ ਨੇ ਜਗ੍ਹਾ ਲੈ ਲੈਣੀ ਵੱਡੇ ਵੱਡਿਆਂ ਨੇ, ਇਹਨਾਂ ਨੇ ਆਪਣੀ ਮਰਜ਼ੀ ਨਾਲ ਰੇਟ ਲਾਣੇ ਆ। ਗਰੀਬ ਬੰਦਾ ਕੀ ਕਰੂੰਗਾ? ਮਿਡਲ ਕਲਾਸ ਬੰਦਾ ਮਰਦਾ ਰਿਹਾ, ਗਰੀਬ ਬੰਦੇ ਮਰਦੇ ਪਏ, ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ। ਅਸੀਂ ਘਰਾਂ 'ਚ ਜਾਈਦਾ, ਸੰਸਾਰ ਜਾਂਦੇ ਹਾਂ, ਵਿਚਰਦੇ ਹਾਂ, ਬੜਾ ਔਖਾ ਜੀਵਨ ਹੋਇਆ ਪਿਆ। ਮਹਿੰਗਾਈ ਇੰਨੀ ਵੱਧ ਗਈ ਹੈ, ਬਜਟ ਸਾਰੇ ਹਿੱਲ ਗਏ ਸਭ ਦੇ। ਜੇ ਜੰਗ ਹਾਰ ਗਏ
ਤਾਂ ਫਿਰ ਇਹਦਾ ਕਾਰਨ ਵੀ ਤੁਸੀਂ ਅੱਜ ਇਹਨਾਂ ਦਾ ਸਾਥ ਦੇ ਦਿਓ ਜੇ ਕੁਛ ਚਾਹੁੰਦੇ ਹੋ। ਠੀਕ ਆ, ਪਰਮਾਤਮਾ ਨੂੰ ਦੋਸ਼ ਨਹੀਂ ਦੇਣਾ, ਇਹ ਸਾਡੇ ਆਪ ਹੀ ਅਸੀਂ ਕਰਮ ਕਰਦੇ ਹਾਂ। ਅੱਜ ਉਹਨਾਂ ਸਾਥ ਦੀ ਲੋੜ ਆ, ਸਾਥ ਦਿਓ। ਧਰਮ ਜਾਤੀਆਂ ਆਪਣੇ ਬਾਹਰ ਰੱਖੋ, ਇੱਕ ਸਾਈਡ ਤੇ ਰੱਖ ਦਿਓ। ਹਿੰਦੂ ਮੁਸਲਿਮ ਸਿੱਖ ਲੜਾਈਆਂ ਸਾਈਡ ਤੇ ਰੱਖ ਦਿਓ। ਇਨਸਾਨੀਅਤ ਦੇ ਨਾਤੇ ਉਹਨਾਂ ਦਾ ਸਾਥ ਦੇ ਦਿਓ, ਅੱਜ ਤੁਹਾਡੀ ਗੱਲ ਬਣ ਜਾਏਗੀ। ਸੋ ਇਸੇ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਸੰਸਾਰ ਦੇ ਕੰਮਾਂ ਦੇ ਨਾਲ ਨਾਲ ਆਪਣੇ ਸਰੀਰ ਦਾ ਜੋ ਮਕਸਦ ਆ ਉਹਨੂੰ ਨਾ ਭੁੱਲੋ। ਪਹਿਲਾਂ ਕੰਮ ਆਪਣਾ ਭਜਨ ਬੰਦਗੀ ਕਰਨਾ, ਸਿਮਰਨ ਕਰਨਾ। ਠੀਕ ਹੈ, ਰੋਜ਼ 24 ਘੰਟੇ ਘੱਟੋ ਘੱਟ 2.5-3 ਘੰਟੇ ਰੋਜ਼ ਅਭਿਆਸ ਕਰਨਾ, ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰਿਆ ਕਰੋ। ਤੁਹਾਡੀ ਗੱਲ ਜ਼ਰੂਰ ਬਣੇਗੀ। ਗੁਰੂ ਦਾ ਕਹਿਣਾ ਮੰਨੋ, ਗੁਰੂ ਤੇ ਭਰੋਸਾ ਰੱਖੋ, ਗੁਰੂ ਤੇ ਵਿਸ਼ਵਾਸ ਰੱਖੋ। ਠੀਕ ਆ, ਜੇ ਅਸੀਂ ਵਿਸ਼ਵਾਸ ਰੱਖਾਂਗੇ, ਭਰੋਸਾ ਰੱਖਾਂਗੇ, ਸਾਡੀ ਗੱਲ ਬਣ ਜਾਏਗੀ। ਰਿੱਧੀ ਸਿੱਧੀਆਂ ਚੱਕਰ ਨਹੀਂ ਪੈਣਾ ਕਿਸੇ ਨੇ, ਕਿਸੇ ਦੇਵ ਦੇਵਤੇ ਨੂੰ ਸਿੱਧ ਨਹੀਂ ਕਰਨਾ ਕਿਸੇ ਨੇ। ਇਹ ਪ੍ਰੇਮ ਦਾ ਸੌਦਾ, ਪ੍ਰੇਮ ਕਰੋ। ਜਿਨ ਪ੍ਰੇਮ ਕੀਓ ਤਿਨੀ ਪ੍ਰਭ ਪਾਇਓ। ਭਗਤਾਂ ਨੇ ਰੱਬ ਬਸ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰਾਂ। ਇਹ ਪ੍ਰੇਮ ਦੀਆਂ ਡੋਰਾਂ ਉਸ ਪ੍ਰਮਾਤਮਾ ਨੂੰ ਪਾ ਲਓ, ਤੁਹਾਡੀ ਗੱਲ ਬਣ ਜਾਏਗੀ। ਕੋਈ ਰਿੱਧੀ ਸਿੱਧੀ ਕਰਨ ਦੀ ਲੋੜ ਨਹੀਂ ਆ। ਇਹ ਤੁਹਾਡੇ ਦੁੱਖ ਦਾ ਕਾਰਨ ਬਣਨਾ। ਤੁਹਾਡੇ ਸਾਨੂੰ ਫੌਜੀ ਨੂੰ ਬੰਦੂਕ ਦਿੱਤੀ ਆ, ਐਵੇਂ ਨਹੀਂ ਕਿਸੇ ਨੂੰ ਗੋਲੀਆਂ ਦਿੱਤੀਆਂ। ਬੰਦੂਕ ਦਿੱਤੀ ਹੈ ਫੌਜੀ ਨੂੰ, ਉਹਨੂੰ ਆਪਣੀ ਹਿਫਾਜ਼ਤ ਕਰਨ ਵਾਸਤੇ ਦਿੱਤੀ ਆ, ਨਾ ਕਿ ਲੋਕਾਂ ਨੂੰ ਮਾਰਨ ਵਾਸਤੇ। ਉਹ ਐਵੇਂ ਕਿਸੇ ਨੂੰ ਗੋਲੀ ਮਾਰੇ, ਕਿਸੇ ਨੂੰ ਗੋਲੀ, ਇੱਦਾਂ ਨਹੀਂ ਗੱਲ ਹੋਈ। ਜੇ ਤੁਹਾਨੂੰ ਰਿੱਧੀ ਸਿੱਧੀਆਂ ਤੁਸੀਂ ਕਰਦੇ ਹੋ, ਜੇ ਪ੍ਰਮਾਤਮਾ ਤੁਹਾਡੇ ਭਗਤੀ ਰਸਤੇ ਚੱਲਦੇ ਹੋ, ਪਰਮਾਤਮਾ ਤੁਹਾਡੇ ਦੀ ਕਿਰਪਾ ਕਰਦਾ, ਕੋਈ ਦੇਵੀ ਦੇਵਤਾ ਤੁਹਾਡੇ ਕਿਰਪਾ ਕਰਦਾ, ਉਹਨੂੰ ਆਪਣੇ ਤਾਂ ਰੱਖੋ, ਆਪਣੇ ਅੰਦਰ ਰੱਖੋ ਬੰਦ। ਕਿਸੇ ਦੱਸਣ ਦੀ ਲੋੜ ਨਹੀਂ, ਆਪਣਾ ਅਨੁਭਵ ਕਿਸੇ ਦੱਸਣ ਦੀ ਲੋੜ ਨਹੀਂ। ਬਸ ਚੱਲੀ ਚਲੋ, ਬਸ ਉਹ ਤਾਕਤ ਨੂੰ ਇਕੱਠੀ ਕਰੋ। ਜੇ ਪਰਮਾਤਮਾ ਤੁਹਾਡੀ ਸੇਵਾ ਕਰਾਣੀ, ਉਹਨੇ ਆਪ ਹੀ ਤੁਹਾਨੂੰ ਹੁਕਮ ਦੇ ਦੇਣਾ। ਠੀਕ ਆ, ਆਪਣੀ ਡਿਊਟੀ ਸਮਝ ਕਰੋ, ਪੈਂਸਿਲ ਦਾ ਅਭਿਆਸ ਕਰੋ। ਅਸੀਂ ਭਗਤੀ ਕਰਦੇ ਹਾਂ, ਥੋੜ੍ਹੀ ਬਹੁਤ ਸਾਨੂੰ ਅੱਗੇ ਸਾਡਾ ਗਣੇਸ਼ ਮੰਡਲ ਗ੍ਰੇਸ ਚੱਕਰ ਖੁੱਲ੍ਹਦਾ, ਸਾਨੂੰ ਗਿਆਨ ਹੋਣ ਲੱਗ ਪੈਂਦਾ, ਰਿੱਧੀ ਸਿੱਧੀਆਂ ਆਉਣ ਲੱਗ ਪੈਂਦੀਆਂ। ਅਸੀਂ ਲੋਕਾਂ ਦੇ ਉਪਾਏ ਕਰਨ ਲੱਗ ਪੈਂਦੇ ਹਾਂ, ਲੋਕਾਂ ਦੇ ਦੁੱਖ ਚੱਕਣ ਲੱਗ ਪੈਂਦੇ ਹਾਂ। ਉਹਦਾ ਭੁਗਤਾਨ ਤੁਹਾਨੂੰ ਆਪ ਨੂੰ, ਤੁਹਾਡੇ ਬੱਚਿਆਂ ਨੂੰ ਕਰਨਾ ਪੈਣਾ। ਅਸੀਂ ਕਿਸੇ ਨੂੰ ਦੁੱਖ ਨਹੀਂ ਕਿਸੇ ਦਾ ਕੱਟ ਸਕਦੇ। ਅਸੀਂ ਆਹ ਸ਼ਰਤਾਂ ਲਾ ਕਹਿੰਦੇ, ਲੈ ਵੀ ਤੇਰਾ ਕੰਮ ਕਾ ਸੱਟ ਕਰਨਾ, ਆਹ ਉਪਾਏ ਕਰਦੇ, ਆਹ ਢਾਲਾ ਕਰ ਲਾ ਜੀ, ਇੱਥੇ ਆਹ ਚੜਾ ਦੇ, ਉੱਥੇ ਉਹ ਚੜਾ ਦੇ। ਇੱਦਾਂ ਕੁਛ ਨਹੀਂ ਹੋਣ ਵਾਲਾ। ਜੇ ਇਸ ਤਰ੍ਹਾਂ ਕੁਛ ਹੋਣ ਵਾਲਾ ਹੁੰਦਾ ਤਾਂ ਸਾਰੀ ਦੁਨੀਆ ਸੁਖੀ ਹੋ ਜਾਣੀ ਸੀ। ਗਰੀਬ ਤੋਂ ਗਰੀਬ, ਮਰਿਆ ਤੋਂ ਮਰਿਆ ਇਨਸਾਨ ਵੀ ਸੁਖੀ ਹੋਣ ਲਈ ਬਹੁਤ ਕੁਛ ਕਰਨ ਲਈ ਤਿਆਰ ਆ। ਕੋਠੇ ਤੋਂ ਛਾਲ ਮਾਰਨ ਲਈ ਵੀ ਤਿਆਰ ਆ ਕਿ ਮੈਂ ਸੁਖੀ ਹੋ ਜਾਵਾਂ। ਇਸ ਦਾ ਕੁਛ ਨਹੀਂ ਇਸ ਤਰ੍ਹਾਂ ਹੁੰਦਾ। ਨਾਮ ਦੀ ਕਮਾਈ ਕਰਨੀ, ਖੋਜਤ ਤਤ ਵਿਚਾਰਾ, ਭਗਤ ਭਜਨ ਸਿਮਰਨ ਨਹੀਂ ਛੁਟਕਾਰਾ। ਇਹ ਭਜਨ ਸਿਮਰਨ ਕਰਨਾ ਹੀ ਪੈਣਾ, ਇਹ ਤੋਂ ਬਿਨਾਂ ਮੁਕਤੀ ਨਹੀਂ, ਨਾ ਹੀ ਛੁਟਕਾਰਾ। ਅੱਜ ਕਰ ਲਓ, ਵਧੀਆ ਗੱਲ ਆ, ਨਹੀਂ ਤਾਂ ਕੱਲ੍ਹ ਨੂੰ ਪ੍ਰਮਾਤਮਾ ਧੱਕੇ ਨਾ ਕਰਾ ਲੈਣਾ। ਅੱਜ ਵੀ ਕਰਨਾ ਪੈਣਾ, ਨਹੀਂ ਤਾਂ ਕੱਲ੍ਹ ਵੀ ਕਰਨਾ ਪੈਣਾ। ਟਾਈਮ 'ਤੇ ਕਰ ਲਓ, ਵਧੀਆ ਗੱਲ ਆ। ਠੀਕ ਆ, ਤੁਹਾਡੀ ਗੱਲ ਬਣ ਜੀ। ਗੁਰੂ 'ਤੇ ਭਰੋਸਾ ਰੱਖੋ, ਗੁਰੂ 'ਤੇ ਵਿਸ਼ਵਾਸ ਰੱਖੋ। ਪੈਰ 'ਤੇ ਸਾਨੂੰ ਗੁਰੂ ਦੀ ਲੋੜ ਆ, ਕਿਉਂਕਿ ਅਸੀਂ ਜਾਨਵਰ ਦੀ ਭਾਸ਼ਾ ਨਹੀਂ ਸਮਝ ਸਕਦੇ, ਇਨਸਾਨ ਦੀ ਭਾਸ਼ਾ ਸਮਝ ਸਕਦਾ। ਇਸ ਲਈ ਸਾਨੂੰ ਗੁਰੂ ਦੀ ਜ਼ਰੂਰਤ ਆ। ਗੁਰੂ ਦੇ ਇਸ ਸਰੀਰ ਨੂੰ ਪ੍ਰੇਮ ਕਰਨ ਦੀ ਲੋੜ ਨਹੀਂ, ਪਿਆਰ ਕਰਨ ਦੀ ਲੋੜ ਨਹੀਂ। ਗੁਰੂ ਤੁਹਾਡੇ ਅੰਤਰ ਵਿੱਚ ਸ਼ਬਦ ਰੂਪ ਦੇ ਵਿੱਚ ਬੈਠਾ। ਸ਼ਬਦ ਗੁਰੂ ਸੂਰਤ ਧੁਨ ਚੇਲਾ ਕਹਿੰਦੇ ਨਾ, ਗੁਰੂ ਤੁਹਾਡੇ ਅੰਦਰ ਸ਼ਬਦ ਰੂਪ ਦੇ ਵਿੱਚ ਬੈਠਾ। ਗੁਰੂ ਤੋਂ ਨਾਮਦਾਨ ਲੈ ਕੇ ਗੁਰੂ ਦਾ ਕਹਿਣਾ ਮੰਨੋ, ਗੁਰੂ 'ਤੇ ਵਿਸ਼ਵਾਸ ਰੱਖੋ, ਉਹ ਰੋਜ਼ ਅਭਿਆਸ ਕਰਨਾ ਸ਼ੁਰੂ ਕਰੋ, ਪ੍ਰੈਕਟਿਕਲ ਅਨੁਭਵ ਕਰੋ। ਨਹੀਂ ਸਮਝ ਆਉਂਦੀ, ਆਪਣੇ ਗੁਰੂ ਦੀ ਸ਼ਰਨ ਜਾ ਕੇ ਗੁਰੂ ਕੋਲ ਬੈਠ ਕੇ ਉਹ ਵਿਚਾਰ ਵਟਾਂਦਰਾ ਕਰ ਲਿਆ ਕਰੋ, ਤੁਹਾਡੀ ਗੱਲ ਬਣ ਜਾਏਗੀ। ਕਿਸੇ ਤਰ੍ਹਾਂ ਸਵਾਲ ਆਉਂਦਾ ਤਾਂ ਆਪਣੇ ਗੁਰੂ ਕੋਲ ਬੈਠ ਕੇ ਗੱਲਬਾਤ ਕਰਿਆ ਕਰੋ। ਠੀਕ ਹੈ, ਉਹ ਫੇਸਬੁੱਕ 'ਤੇ ਕਈ ਕਮੈਂਟ ਕਰਦੇ ਆ, ਉਹ ਕਮੈਂਟ ਜਵਾਬ ਦਿੰਦੇ ਆ। ਸ਼ਾਇਦ ਹਰ ਪੰਜਾਬੀ ਦੇ ਵਿੱਚ, ਭਾਸ਼ਾ ਦੇ ਵਿੱਚ ਹਰ ਕੋਈ ਲਿਖਦੇ ਆ, ਆਪਾਂ 2 ਉੱਤਰ ਆਉਂਦੇ ਆ, ਕਿਸ ਟਾਈਮ ਸਮਝ ਨਹੀਂ ਪਾਉਂਦੇ। ਇਸ ਕਰਕੇ ਆਪਣੇ ਗੁਰੂ ਦੇ ਕੋਲ ਜਾਣਾ, ਗੁਰੂ ਦੀ ਸ਼ਰਨ 'ਚ ਬਹਿ ਕੇ ਉਹਨੂੰ ਸਵਾਲ ਕਰ ਸਕਦੇ ਹੋ, ਉਹ ਤੁਹਾਨੂੰ ਹਰ ਗੱਲ ਦਾ ਜਵਾਬ ਦੇਵੇਗਾ। ਪਰ ਤੁਸੀਂ ਭਜਨ ਸਿਮਰਨ ਕਰਨਾ, ਭਗਤੀ ਕਰਨੀ ਆ। ਠੀਕ ਆ, ਇਹ ਕੰਮ ਨਹੀਂ ਛੱਡਣਾ। ਹੱਥ ਕਾਰਵਾਲ, ਦਿਲ ਵਿਆਵਾ ਰੱਖਣਾ। ਠੀਕ ਆ ਜੀ। ਕੋਈ ਦਾਸ ਕੋਲੋਂ ਬੋਲਣ ਵਿੱਚ ਗਲਤੀ ਹੋਵੇ ਤਾਂ ਦਾਸ ਨੂੰ ਮਾਫ ਕਰ ਦੇਣਾ। ਜੋ ਸੱਚਾਈ ਆ ਤੁਹਾਡੇ ਸਾਹਮਣੇ ਰੱਖੀਏ। ਇਹ ਪ੍ਰੈਕਟੀਕਲ ਅਨੁਭਵ ਦਾਸ ਦਾ ਅਨੁਭਵ ਤੁਹਾਡੇ ਨਾਲ ਸਾਂਝਾ ਕਰਦਾ, ਤੁਹਾਡੀ ਕਿਤੇ ਨਾ ਕਿਤੇ ਗੱਲ ਬਣ ਜਾਵੇ। ਠੀਕ ਆ, ਜਿਹਨੂੰ ਚੰਗੀਆਂ ਲੱਗੀਆਂ ਤਾਂ ਆਪਣੀ ਝੋਲੀ ਵਿੱਚ ਪਾ ਲਿਓ, ਜੇ ਮਾੜੀਆਂ ਲੱਗੀਆਂ ਤਾਂ ਇਹਨੂੰ ਛੱਡ ਦਿਓ। ਠੀਕ ਆ, ਕੋਈ ਜ਼ਬਰਦਸਤੀ ਨਹੀਂ ਕਿਸੇ ਨਾਲ ਹੈਗੀ। ਠੀਕ ਹੈ ਨਾ, ਕਿਉਂਕਿ ਮੈਂ ਬਹੁਤ ਭਟਕਿਆ ਇਸ ਰਸਤੇ ਵਿੱਚ, ਇਸ ਸਫ਼ਰ 'ਤੇ ਪਹੁੰਚਦੇ ਹੈ ਨਾ। ਮੈਂ ਸਾਥ ਦੀ ਲੋੜ ਹੀ, ਪਰ ਦੇਖਿਆ ਕਿਸੇ ਸਾਥ ਦੀ ਜ਼ਰੂਰਤ ਨਹੀਂ ਇੱਥੇ। ਆਪਣੇ ਗੁਰੂ 'ਤੇ ਭਰੋਸਾ ਰੱਖੋ, ਗੁਰੂ 'ਤੇ ਵਿਸ਼ਵਾਸ ਰੱਖੋ। ਗੁਰੂ ਹੀ ਸੱਚਾ ਸਾਥੀ ਆ। ਠੀਕ ਹੈ, ਸੰਸਾਰ ਦੇ ਰਿਸ਼ਤੇ ਨਾਲ ਸਭ ਝੂਠੇ ਨੇ, ਇਹਨੇ ਕਿਸੇ ਨੇ ਤੁਹਾਡਾ ਸਾਥ ਨਹੀਂ ਦੇਣਾ। ਇੱਕ ਗੁਰੂ ਆ ਜਿਹੜਾ ਤੁਹਾਡਾ ਹਮੇਸ਼ਾ ਇੱਥੇ ਵੀ ਉੱਥੇ ਵੀ ਸਾਥ ਦਿੰਦਾ ਹੈ। ਤੇ ਗੁਰੂ 'ਤੇ ਭਰੋਸਾ ਰੱਖੋ, ਗੁਰੂ 'ਤੇ ਵਿਸ਼ਵਾਸ ਰੱਖ ਕੇ ਆਪਣਾ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ। ਅੰਤਰ ਵਿੱਚ ਆ ਜਾਓ, ਅੰਤਰ ਵਿੱਚ ਉਸਨੂੰ ਦੇਖਣ ਦੀ ਕੋਸ਼ਿਸ਼ ਕਰੋ, ਸੱਚ ਦੀ ਪਹਿਚਾਣ ਕਰੋ। ਅੰਤਰ ਵਿੱਚ ਪਰਮਾਤਮਾ ਬੈਠਾ ਹੈ, ਇਹਨੂੰ ਮਿਲਣ ਦਾ ਰਾਸਤਾ ਵੀ ਅੰਦਰ ਆ। ਗੁਰੂ ਦੇ ਕੋਲ ਇਹਦੀ ਚਾਬੀ ਆ। ਗੁਰੂ ਦੇ ਕੋਲ ਜਾ ਕੇ ਨਾਮਦਾਨ ਲੈ ਕੇ ਅੰਤਰ ਵਿੱਚ ਆ ਜਾਓ। ਠੀਕ ਹੈ, ਗੁਰੂ ਦੇ ਪਿੱਛੇ ਭੱਜਣ ਦੀ ਲੋੜ ਨਹੀਂ ਆ, ਗੁਰੂ ਦੇ ਪੈਰੀ ਹੱਥ ਲਾਉਣ ਦੀ ਲੋੜ ਨਹੀਂ ਆ, ਗੁਰੂ ਦੇ ਧੂੜ ਚੱਕਣ ਦੀ ਲੋੜ ਨਹੀਂ ਆ। ਬਸ ਅੰਦਰ ਵਿੱਚ ਆ ਜਾਓ, ਗੁਰੂ ਤੁਹਾਡੇ ਇੱਥੇ ਬੈਠਾ। ਠੀਕ ਹੈ, ਤੁਹਾਡੀ ਗੱਲ ਜੂ ਬਣ ਜਾਏਗੀ।
ਗੁਰੂ ਨਾਲ ਪ੍ਰੇਮ ਕਰੋ, ਗੁਰੂ ਨਾਲ ਮੁੱਖ ਮੋੜਨ ਦੀ ਲੋੜ ਨਹੀਂ ਹੈ। ਠੀਕ ਹੈ, ਗੁਰੂ ਕੋ ਸੰਸਾਰ ਚੀਜ਼ਾਂ ਵਾਸਤੇ ਨਹੀਂ ਆਉਣਾ, ਸੰਸਾਰ ਦੇ ਦੁੱਖਾਂ ਵਾਸਤੇ ਨਹੀਂ ਆਉਣਾ। ਠੀਕ ਹੈ, ਗੁਰੂ ਕੋ ਸਿਰਫ ਨਾਮ ਦੀ ਗੱਲ ਕਰਨੀ, ਭਜਨ ਸਿਮਰਨ ਦੀ ਗੱਲ ਕਰਨੀ, ਭਗਤੀ ਦੀ ਗੱਲ ਕਰਨੀ ਹੈ। ਫਿਰ ਤੁਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹੋ, ਸੱਚੇ ਆਨੰਦ ਦੀ ਪ੍ਰਾਪਤੀ ਕਰ ਸਕਦੇ ਹੋ। ਠੀਕ ਹੈ, ਜੈ ਲੱਖ ਦਾਤਾ ਪੀਰ ਦੀ, ਮੌਜ਼ ਫਕੀਰ ਦੀ।